ओ हाँ भी बच्चा पार्टी की हाल जे ठीक ठाक हो सारे जाने ਅੱਜ ਆਪਾਂ ਸਟਾਰਟ ਕਰਨ ਜਾ ਰਹੇ ਹਾਂ 9ਵੀਂ ਕਲਾਸ ਦਾ ਚੈਪਟਰ ਚੌਥਾ that is linear equation in two variables ठीक है चलो करते हैं शुरू बेटे आ लिख लिया ਆਪਾਂ टाइटल थोड़ा ਜਿਹਾ chapter 4 that is linear equations in two variables ਚੈਪਟਰ ਹੈਗਾ ਬਹੁਤ ਨਾਈਸ ਠੀਕ ਹੈ 10th ਕਲਾਸ ਦੇ ਵਿੱਚ ਜਾ ਕੇ ਤੁਹਾਨੂੰ ਇਹ ਬੇਟੇ ਐਜ਼ ਇਟ ਇਜ਼ ਕੰਮ ਆਊਗਾ ਸੋ ਇਸ ਲਈ ਧਿਆਨ ਨਾਲ ਸਮਝ ਲਿਓ ਇਹੀ ਚੈਪਟਰ ਆ ਉੱਥੇ ਵੀ ਸੇਮ ਬਸ ਥੋੜਾ ਜਿਹਾ ਫਰਕ ਆ ਥੋੜਾ ਜਿਹਾ ਠੀਕ ਹੈ ਕੋਈ ਖਾਸ ਡਿਫਰੈਂਸ ਨਹੀਂ ਹੈ ਕਨਸੈਪਟਸ ਸਾਰੇ ਇਹੀ ਕੁਝ ਬਸ ਥੋੜਾ ਜਿਹਾ ਕਿ ਐਡਵਾਂਸ ਹੋ ਜਾਣਾ ਉਹਨੇ ਨਥਿੰਗ ਐਲਸ ਠੀਕ ਹੈ ਸੋ ਹੁਣ ਆਪਾਂ ਫੋਕਸ ਕਰਦੇ ਹਾਂ ਬੇਟੇ ਚੈਪਟਰ ਅਸਲ ਵਿੱਚ ਹੈਗਾ ਕੀ ਹੈ ਓਕੇ ਜੇ ਆਪਾਂ ਇਹਦੇ ਚੈਪਟਰ ਦੀ ਨੇਮ ਦੇ ਉੱਪਰ ਫੋਕਸ ਕਰੀਏ ਇਹਦੇ ਵਿੱਚ ਜਿਹੜੀ ਮੇਨ ਚੀਜ਼ ਆ ਨਾ ਦੈਟ ਇਜ਼ ਵਾਟ ਲੀਨੀਅਰ ਇਕੁਏਸ਼ਨ ਠੀਕ ਹੈ ਲੀਨੀਅਰ ਇਕੁਏਸ਼ਨ ਹੁੰਦੀ ਕੀ ਆ ਲੈਟਸ ਸਟਾਰਟ ਠੀਕ ਹੈ ਦੇਖੋ ਆਈ ਥਿੰਕ ਸੋ ਤੁਹਾਨੂੰ ਸਭ ਨੂੰ ਪਤਾ ਹੀ ਹੋਊਗਾ ਲੀਨੀਅਰ ਇਕੁਏਸ਼ਨ ਹੁੰਦੀ ਕੀ ਆ ਬਟ ਫਿਰ ਵੀ ਮੈਂ ਤੁਹਾਨੂੰ ਇੱਕ ਵਾਰੀ ਦੱਸੂਗਾ ਸਾਰਾ ਕੁਝ ਠੀਕ ਹੈ ਲੀਨੀਅਰ ਇਕੁਏਸ਼ਨ ਬੇਟੇ ਇਟ ਇਜ਼ ਐਨ ਇਕੁਏਸ਼ਨ whose degree is 1 ਲੀਨੀਅਰ ਇਕੁਏਸ਼ਨ ਕੀ ਹੁੰਦੀ ਹੈ ਬੇਟੇ ਜਿਹਦੀ ਡਿਗਰੀ ਕਿੰਨੀ ਹੁੰਦੀ ਆ 1 ਹੁੰਦੀ ਹੈ ਹੁਣ ਡਿਗਰੀ ਤਾਂ ਸਭ ਨੂੰ ਪਤਾ ਹੀ ਹੈ ਨਾ ਡਿਗਰੀ ਇਜ਼ ਵਾਟ ਦਾ ਹਾਈਐਸਟ ਪਾਵਰ ਆਫ ਵੇਰੀਏਬਲ ਠੀਕ ਹੈ if the highest power of variable is 1 then we can say the linear equation is what linear equation fine okay so ਇਹਨੂੰ write down ਕਰ ਲਿਓ okay ਉਹ equation ਬੇਟੇ ਜਿਹਦੀ ਡਿਗਰੀ ਕਿੰਨੀ ਹੋਊਗੀ 1 ਹੋਗੀ degree is 1 that is called what linear equation for an example okay ਆ ਦੇਖੋ एग्जाम्पल के तौर पे बेटे जिवें हुण मान लो आप इत्थे लिख दईए x plus 4 is equal to 6 ठीक है it is what linear equation ठीक है why because the degree of the equation is what 1 okay the highest power of variable is what 1 now so that is why it is what linear equation in and acha in how many variables there is only single variable so we can say this is what linear equation in one variable but our chapter is about linear equation in two variables that means ਆਪਾਂ ਨੂੰ ਕੀ ਕਰਨਾ ਪਊਗਾ ਬੇਟੇ ਲੀਨੀਅਰ ਇਕੁਏਸ਼ਨ ਦੇ ਵਿੱਚ ਦੋ ਡਿਫਰੈਂਟ ਵੇਰੀਏਬਲਸ ਆਪਾਂ ਨੂੰ ਇਨਵੋਲਵ ਕਰਨੇ ਪੈਣੇ ਆ ਸੀ ਆ ਦੇਖੋ ਫॉर एग्जांपल x plus 2y is equal to 6 bete so you can see it is what linear equation in how many variables two variables ठीक है so ਇਸ ਚੀਜ਼ ਨੂੰ ਧਿਆਨ ਨਾਲ ਦੇਖ ਲਿਓ ਜਿਹਦੇ ਵਿੱਚ ਆਪਣੇ ਕੋਲ ਦੋ ਡਿਫਰੈਂਟ ਵੇਰੀਏਬਲਸ ਹੋਣਗੇ ਬੇਟੇ that is called what linear equation in two variable but make sure degree must be 1 got it ਨਾ okay ਉਸ ਤੋਂ ਬਾਅਦ ਬੇਟੇ ਇੱਕ ਇਹਦੇ ਚ ਇੰਪੋਰਟੈਂਟ ਚੀਜ਼ ਹੋਰ ਵੀ ਹੁੰਦੀ ਆ ਉਹ ਵੀ ਨੋਟ ਕਰ ਲਿਓ ਉਹ ਇੰਪੋਰਟੈਂਟ ਚੀਜ਼ ਕੀ ਹੈ ਬੇਟੇ ਕਿ ਜਿਹੜੀ ਆਪਣੇ ਕੋਲ ਲੀਨੀਅਰ ਇਕੁਏਸ਼ਨ ਹੁੰਦੀ ਹੈ ਨਾ ਇਹਦਾ ਗ੍ਰਾਫ ਬਹੁਤ ਇੰਪੋਰਟੈਂਟ ਹੈ ਬੇਟੇ ਆਪਣੇ ਲਈ ਸਮਝਣਾ ਵੀ ਬਹੁਤ ਇੰਪੋਰਟੈਂਟ ਹੈ ਠੀਕ ਹੈ ਨਾ ਸਮਝਾਵਾਂਗੇ ਫਿਰ ਪਰ ਫਿਰ ਹਾਲ ਨੋਟ ਕਰ ਲਿਓ ਜਿਹੜਾ ਬੇਟੇ ਦਾ ਗ੍ਰਾਫ ਹੁੰਦਾ ਨਾ that is what straight line ਗ੍ਰਾਫ ਕੀ ਹੋਊਗਾ ਬੇਟੇ ਦਾ ਇੱਕ ਸਟ੍ਰੇਟ ਲਾਈਨ ਹੋਊਗਾ ਪਤਾ ਨਾ ਸਟ੍ਰੇਟ ਲਾਈਨ ਕੀ ਹੁੰਦੀ ਹੈ ਜੇ ਨਹੀਂ ਪਤਾ ਆ ਦੇਖੋ ਤੁਹਾਨੂੰ ਮੈਂ ਪਲਾਟ ਕਰਕੇ ਵੀ ਦਿਖਾਣਾ this is what ਬੇਟੇ ਸਟ੍ਰੇਟ ਲਾਈਨ ਠੀਕ ਹੈ ਸੌਰੀ ਮੈਂ ਇੱਥੇ ਐਰੋ ਚਲੋ ਪਾਈ ਦਿੰਨੇ ਆਪਾਂ this is what ਬੇਟੇ ਸਟ੍ਰੇਟ ਲਾਈਨ ਠੀਕ ਹੈ ਸਟ੍ਰੇਟ ਲਾਈਨ ਗ੍ਰਾਫ ਹੁੰਦਾ ਲੀਨੀਅਰ ਇਕੁਏਸ਼ਨ ਇਨ ਟੂ ਵੇਰੀਏਬਲਸ ਗॉट ਇਟ ਨਾ ਓਕੇ ਇਹ ਚੀਜ਼ ਨੂੰ ਧਿਆਨ ਚ ਰੱਖਿਓ ਅੱਛਾ ਹੁਣ ਮੇਰੇ ਹਿਸਾਬ ਨਾਲ ਤੁਹਾਨੂੰ ਜਿਹੜਾ ਆ ਪੁਆਇੰਟ ਡਾਈਜੈਸਟ ਕਰਨਾ ਟਫ ਹੋ ਗਿਆ ਹੋਊਗਾ ਵੀ ਸਰ ਵਾਈ ਦਾ ਗ੍ਰਾਫ ਆਫ ਲੀਨੀਅਰ ਇਕੁਏਸ਼ਨ ਇਜ਼ ਸਟ੍ਰੇਟ ਲਾਈਨ ਹੈ ਨਾ ਕੋਈ ਗੱਲ ਨਹੀਂ ਘਬਰਾਇਓ ਨਾ ਤੁਹਾਡਾ ਇਹ ਜਿਹੜਾ ਦੁੱਖ ਦਰਦ ਹੈ ਇਹ ਵੀ ਦੂਰ ਕੀਤਾ ਜਾਊਗਾ ਪਰ ਥੋੜਾ ਜਿਹਾ ਤੁਹਾਨੂੰ ਸਬਰ ਕਰਨਾ ਪੈਣਾਗਾ ਉਸ ਤੋਂ ਪਹਿਲਾਂ ਆਪਾਂ ਥੋੜਾ ਜਿਹਾ ਬੇਸਿਕਸ ਦੇ ਉੱਪਰ ਫੋਰ ਕਮਾਂਡ ਬਣਾਈਏ ਠੀਕ ਹੈ ਇਹਨੂੰ ਫਿਲਹਾਲ ਆਪਾਂ ਚੱਕ ਕੇ ਕਰ ਦਿੰਦੇ ਆ ਸਾਈਡ ਤੇ ਮੇਰੇ ਵੀਡੀਓ ਸਾਈਡ ਤੇ ਕਰ ਦਿੰਦੇ ਆ ਇਹ ਆ ਪਿਆ ਸਟ੍ਰੇਟ ਲਾਈਨ ਗॉट ਇਟ ਓਕੇ ਹੁਣ ਬੇਟੇ ਜਿਹੜੀ ਮੇਨ ਚੀਜ਼ ਹੁਣ ਸਮਝਣ ਵਾਲੀ ਇਸ ਤੋਂ ਬਾਅਦ ਚੋਂ ਓਕੇ ਉਹ ਹੈਗੀ ਹੈ ਬੇਟੇ ਸਟੈਂਡਰਡ ਫਾਰਮ ਓਕੇ ਲੀਨੀਅਰ ਇਕੁਏਸ਼ਨ ਦੀ ਬੇਟੇ ਸਟੈਂਡਰਡ ਫਾਰਮ ਕੀ ਹੁੰਦੀ ਆ ਹੁਣ ਕਈ ਵਾਰੀ ਜਵਾਕਾਂ ਦੇ ਦਿਮਾਗ ਦੇ ਵਿੱਚ ਇਹ ਚੀਜ਼ ਆ ਜਾਂਦੀ ਵੀ ਸਰ ਸਟੈਂਡਰਡ ਫਾਰਮ ਦਾ ਵੈਸੇ ਮਤਲਬ ਕੀ ਹੁੰਦਾ ਹੈਗਾ ਸਟੈਂਡਰਡ ਫਾਰਮ ਨਾ ਮੈਥ ਦੇ ਵਿੱਚ ਬਹੁਤ ਇੰਪੋਰਟੈਂਟ ਹੁੰਦੀ ਆ ਸਟੈਂਡਰਡ ਫਾਰਮ ਆਏ ਸਮਝ ਲਓ ਵੀ ਕਿਸੇ ਚੀਜ਼ ਦਾ ਫਾਰਮੈਟ ਹੁੰਦਾ ਹੈਗਾ ਓਕੇ ਜਿਵੇਂ ਹੁਣ ਫਾਰਮੈਟ ਜਿਵੇਂ ਹੁਣ ਆਪਾਂ ਕੀ ਕਹੀਏ ਜਿਵੇਂ ਮੰਨ ਲਓ ਤੁਸੀਂ ਕਲਾਸ ਦੇ ਵਿੱਚ ਵੀ ਬਹਿੰਦੇ ਹੋਗੇ ਨਾ ਜਾਂ ਮੰਨ ਲਓ ਵੀ ਆਪਾਂ ਕਈ ਵਾਰੀ ਅਸੈਂਬਲੀ 'ਚ ਜਾਂਦੇ ਆ ਤੁਹਾਡੇ ਟੀਚਰਸ ਤੁਹਾਨੂੰ ਕਹਿੰਦੇ ਹੋਣੇ ਵੀ ਹਾਂ ਵੀ ਪਹਿਲਾਂ ਛੋਟੀ ਹਾਈਟ ਵਾਲਾ ਫਿਰ ਉਸ ਤੋਂ ਵੱਡੀ ਹਾਈਟ ਵਾਲਾ ਤਾਂ ਇੱਕ ਫਾਰਮੈਟ ਆ ਨਾ ਜੇ ਰੈਂਡਮਲੀ ਪੈਟਰਨ ਦੈਨ ਇਟ ਡਸ ਲੁੱਕ ਨਾਈਸ ਹੈ ਨਾ ਓਕੇ ਸੋ ਸੇਮ ਹੀਅਰ ਬੇਟੇ ਲੀਨੀਅਰ ਇਕੁਏਸ਼ਨ ਜਦੋਂ ਆਪਾਂ ਲਿਖਣੀ ਹੈ ਦੋ ਵੇਰੀਏਬਲ ਵਾਲੀ ਦੈਨ ਉਹਦਾ ਵੀ ਇੱਕ ਸਟੈਂਡਰਡ ਫਾਰਮ ਹੋਊਗੀ ਓਕੇ ਪਹਿਲਾਂ ਤਾਂ ਐਗਜ਼ਾਮਪਲ ਦੇ ਤੌਰ ਤੇ ਮੈਂ ਤੁਹਾਨੂੰ ਸਮਝਾਉਣਾ ਵੀ ਕਨਫਿਊਜ਼ਨ ਕਿੱਦਾਂ ਦੀ ਹੁੰਦੀ ਹੈ ਜੇ ਆਪਾਂ ਸਟੈਂਡਰਡ ਫਾਰਮ ਨਹੀਂ ਲਿਖਾਂਗੇ ਓਕੇ ਹੁਣ ਮੰਨ ਕੇ ਚੱਲਦੇ ਬੇਟੇ ਆਪਣੇ ਕੋਲ ਆਹੀ ਇਕੁਏਸ਼ਨ ਆ ਠੀਕ ਹੈ ਹੁਣ ਕੋਈ ਬੱਚਾ ਕੀ ਕਹੂਗਾ ਬੇਟੇ ਵੀ ਸਰ ਇਹਨੂੰ ਆਪਾਂ ਐ ਨਹੀਂ ਲਿਖ ਸਕਦੇ ਹੈਗੇ x is equal to 6 minus 2y ਮੈਂ ਕਹੂੰਗਾ ਲਿਖ ਸਕਦਾ no issue is there fine okay ਕੋਈ ਬੱਚਾ ਇਹਨੂੰ ਐ ਵੀ ਲਿਖੂਗਾ 2y is equal to 6 minus x ਠੀਕ ਹੈ ਕੋਈ ਬੱਚਾ ਇਹਨੂੰ I think so ਐ ਵੀ ਲਿਖ ਸਕਦਾ ਹੈਗਾ x minus 6 is equal to minus 2y okay ਇਕੁਏਸ਼ਨਾਂ ਸਾਰੀਆਂ ਸੇਮ ਹੀ ਨੇਗੀਆਂ ਪਰ ਪ੍ਰੋਬਲਮ ਕਿੱਥੇ ਆ ਡਿਫਰੈਂਟ ਫਾਰਮੈਟਸ ਨੇਗੇ ਓਕੇ ਕਨਫਿਊਜ਼ਨ ਹੋ ਰਹੀ ਆ ਓਕੇ ਗੱਲ ਸੇਮ ਹੀ ਆ ਤਾਂ ਇਹਨਾਂ ਕਨਫਿਊਜ਼ਨ ਤੋਂ ਦੂਰ ਕਰਨ ਦੇ ਲਈ ਆਪਾਂ ਨੂੰ ਇੱਕ ਫਾਰਮੈਟ ਪ੍ਰੋਵਾਈਡ ਕੀਤਾ ਗਿਆ ਕਿ ਭਾਈ ਪਹਿਲਾਂ ਤੁਸੀਂ ਆ ਲਿਖਣਾ ਫਿਰ ਆ ਲਿਖਣਾ ਫਿਰ ਆਹ ਲਿਖਣਾ then that is called what standard form fine
ओके हुण मैं तुहानूं दस्सण जा रहा बेटे स्टैंडर्ड फॉर्म दे विच की हुंदा बेटे सब तो पहला आपां लिखांगे एक्सल टर्म फिर आपां लिखांगे बेटे वाई एल टर्म फिर आपां लिखांगे कांस्टेंट इज इक्वल टू वट बेटे 0 ओके एंड बेटे जिहड़ा x ਦਾ ਕੋਐਫੀਸ਼ੀਐਂਟ ਹੋਊਗਾ ਉਹਨੂੰ ਲਿਖਾਂਗੇ ਆਪਾਂ a ਦੇ ਨਾਲ ओके एंड द कोएफिशिएंट ऑफ b y इज कॉल्ड बेटे b एंड द कांस्टेंट टर्म इज व्हाट c ਤੇ ਸੈਂਟਰ ਦੇ ਵਿੱਚ ਸਾਈਨ ਆਪਾਂ ਹਮੇਸ਼ਾ ਬੇਟੇ ਫਿਲਹਾਲ ਕਾਦੇ ਪਾਉਣੇ ਆ ਤੇ ਪਲੱਸ ਤੇ ਸੋ ਦਿਸ ਇਜ਼ व्हाट ਬੇਟੇ ਸਟੈਂਡਰਡ ਫਾਰਮ ਆਫ ਦਾ ਲੀਨੀਅਰ ਇਕੁਏਸ਼ਨ ਇਨ ਟੂ ਵੇਰੀਏਬਲ ਬਟ ਜੇ ਤੁਸੀਂ ਪੇਪਰ ਦੇ ਵਿੱਚ ਆ ਲਿਖਿਆ ਹੈ ਮੰਨ ਲਓ 1 ਮਾਰਕ ਦਾ ਕੁਐਸਚਨ ਆ ਗਿਆ ਕਿ ਯੂ ਹੈਵ ਟੂ ਰਾਈਟ व्हाट ਸਟੈਂਡਰਡ ਫਾਰਮ ਆਫ ਲੀਨੀਅਰ ਇਕੁਏਸ਼ਨ ਇਨ ਟੂ ਵੇਰੀਏਬਲ ਦੈਨ ਬੇਟੇ ਤੁਹਾਡਾ ਕੁਐਸਚਨ ਦੇ ਵਿੱਚੋਂ ਆਈ ਥਿੰਕ ਸੋ ਜੇ 2 ਮਾਰਕਸ ਤਾਂ ਦੈਨ ਇੱਕ ਨੰਬਰ ਕੱਟਿਆ ਜਾਊਗਾ ਉਹ ਕਿਉਂ ਕੱਟਿਆ ਜਾਊਗਾ ਹੁਣ ਮੈਂ ਤੁਹਾਨੂੰ ਕਲੀਅਰ ਕਰਦਾ ਬੇਟੇ ਜਦੋਂ ਬੇਟੇ ਆਪਾਂ ਸਟੈਂਡਰਡ ਫਾਰਮ ਲਿਖਣੀ ਆ ਦੈਨ ਤੁਹਾਨੂੰ ਆਹ a b ਤੇ c ਦੀਆਂ ਵੈਲਿਊਜ਼ ਬਾਰੇ ਵੀ ਕਨਫਰਮ ਕਰਨਾ ਪੈਣਾ ਕਿ ਤੁਸੀਂ ਵੈਲਿਊਜ਼ ਕੀ ਲੈ ਸਕਦੇ ਕੀ ਨਹੀਂ ਲੈ ਸਕਦੇ ਹੈਗੇ ਆਪਾਂ ਜਸਟ ਫੋਕਸ ਕਿਹਦੇ ਉੱਪਰ ਕਰਨਾ a ਤੇ b ਦੀ ਵੈਲਿਊਜ਼ ਦੇ ਉੱਪਰ ਉਹ ਕੀ ਫੋਕਸ ਕਰਨਾ ਬੇਟੇ a ਤੁਸੀਂ ਕਦੇ ਵੀ 0 ਨਹੀਂ ਲੈਣਾ ਐਂਡ b ਕਦੇ ਵੀ 0 ਨਹੀਂ ਲੈਣਾ ਜੇ ਤੁਸੀਂ ਬੇਟੇ ਇਹਦੇ ਵਿੱਚੋਂ ਇੱਕ ਵੀ a ਜਾਂ b 0 ਲੈ ਲਿਆ then that will not be a but linear equation in two variable maybe that will be in a one variable got it ਨਾ so make sure ਜਦੋਂ ਵੀ ਆਪਾਂ ਲੀਨੀਅਰ ਇਕੁਏਸ਼ਨ ਦਾ ਸਟੈਂਡਰਡ ਫਾਰਮ ਲਿਖਣਾ ਚਾਹੁੰਦੇ ਆ ਦੋ ਵੇਰੀਏਬਲ ਵਾਲੀ ਦਾ ਦੈਨ a ਤੇ b ਆਪਣੇ ਕਦੇ ਵੀ ਬੇਟੇ 0 ਨਹੀਂ ਹੋਣੇ ਚਾਹੀਦੇ ਫॉर ਫਾਰਮੈਲਿਟੀ ਤੁਸੀਂ ਇੱਥੇ a ਵੀ ਲਿਖ ਸਕਦੇ ਹੋ a ਕੀ ਹੈ ਬੇਟੇ ਕੋਐਫੀਸ਼ੀਐਂਟ ਆਫ a is called what ਕੋਐਫੀਸ਼ੀਐਂਟ ਆਫ x ਠੀਕ ਹੈ ਹਮੇਸ਼ਾ ਜਿਹੜੀ ਵੀ ਇਕੁਏਸ਼ਨ ਹੋਊਗੀ ਨਾ ਉਹਦੇ ਵਿੱਚ ਜਿਹੜਾ x ਦਾ ਕੋਐਫੀਸ਼ੀਐਂਟ ਹੋਊਗਾ ਉਹ ਕੀ ਹੋਊਗਾ ਬੇਟੇ a ਹੋਊਗਾ ਐਂਡ ਜਿਹੜਾ ਆਪਣੇ ਕੋਲ ਆਹ b ਹੁੰਦਾ ਬੇਟੇ that is what ਕੋਐਫੀਸ਼ੀਐਂਟ ਆਫ y fine and ਬੇਟੇ ਜਿਹੜਾ c ਹੁੰਦਾ ਵਿਦਆਊਟ x ਐਂਡ y ਠੀਕ ਹੈ that is called ਬੇਟੇ ਕਾਂਸਟੈਂਟ ਟਰਮ ਠੀਕ ਹੈ ਜੀ ਹੋਪ ਸੋ ਤੁਹਾਨੂੰ ਬੇਟੇ ਸਮਝ ਆ ਗਿਆ ਹੋਊਗਾ ਆਪਾਂ ਤੁਹਾਨੂੰ ਇਹਦੀ ਮੜੀ ਮੋਟੀ ਪ੍ਰੈਕਟਿਸ ਵੀ ਕਰਵਾ ਦਿੰਨੇ ਆ ਠੀਕ ਹੈ ਹੋਪ ਸੋ ਤੁਹਾਨੂੰ ਇਹ ਸਾਰਾ ਸਮਝ ਆਈ ਗਿਆ ਹੋਊਗਾ ਅੱਛਾ ਹੁਣ ਇੱਕ ਚੀਜ਼ ਦੇਖਿਓ ਆ ਹੁਣ ਮੈਂ ਤੁਹਾਨੂੰ ਸਟੈਂਡਰਡ ਫਾਰਮ ਕਲੀਅਰ ਕਰ ਦਾਂਗਾ ਦੇਖੋ ਹੁਣ ਐਗਜ਼ਾਮਪਲ ਦੇ ਤੌਰ ਤੇ ਬੇਟੇ ਮੰਨ ਲਓ ਮੈਂ ਇੱਥੇ ਇੱਕ ਇਕੁਏਸ਼ਨ ਲਿਖਦਾ x is equal to 2y minus 6 ਠੀਕ ਹੈ ਤੁਹਾਨੂੰ ਕੁਐਸਚਨ ਕਹਿੰਦਾ ਵੀ ਰਾਈਟ ਦਿਸ ਇਕੁਏਸ਼ਨ ਇਨ ਦਾ ਸਟੈਂਡਰਡ ਫਾਰਮ ਸੋ ਸਭ ਤੋਂ ਪਹਿਲਾਂ ਬੇਟੇ ਆਪਾਂ ਕੀ ਕਰਨਾਗਾ ਫੋਕਸ ਔਨ ਦਾ ਸਟੈਂਡਰਡ ਫਾਰਮ ਇਹਦੀ ਜਿਹੜੀ ਰਾਈਟ ਹੈਂਡ ਸਾਈਡ ਹੁੰਦੀ ਹੈ ਬੇਟੇ ਇਟ ਇਜ਼ ਆਲਵੇਸ ਵਟ 0 and in our equation right hand side is not 0 so first of all if you have to make this 0 then we have to what we have to do we have to transform this 2y and minus 6 towards the left hand side ਠੀਕ ਹੈ ਹੁਣ ਆਪਾਂ left hand side transform ਕਰਦੇ ਹਾਂ ਸੋ ਇਹ ਬੇਟੇ ਆਪਣੇ ਕੋਲ ਕਿੰਨਾ ਆ ਗਿਆ x this plus 2y becomes here minus 2y and this minus 6 is what beta plus 6 is equal to what 0 okay ਹੁਣ ਆਪਾਂ ਇਹਨੂੰ ਦੇਖਾਂਗੇ ਵੀ ਕੀ ਹੁਣ ਸਟੈਂਡਰਡ ਫਾਰਮ ਚ ਆ ਚੁੱਕੀ ਹੈ ਉਹਦੇ ਲਈ ਸਭ ਤੋਂ ਪਹਿਲਾਂ ਆਪਾਂ ਨੂੰ ਕੀ ਕਰਨਾ ਪੈਣਾ ਪਹਿਲਾਂ ਐਕਸਲ ਟਰਮ ਫਿਰ y ਵਾਲੀ ਫਿਰ ਬੇਟੇ ਕਾਂਸਟੈਂਟ ਠੀਕ ਹੈ ਆਈ ਥਿੰਕ ਸੋ ਯੂ ਕੈਨ ਫੀਲ ਬੇਟਾ ਪਹਿਲਾਂ ਐਕਸਲ ਟਰਮ ਆ ਫਿਰ y ਹੈ ਫਿਰ ਕੀ ਆਪਣੇ ਕੋਲ ਕਾਂਸਟੈਂਟ ਆ here we can write the values of a b and c also ठीक है बड़े बेटे आज ਤੁਹਾਨੂੰ ਮੈਂ ਪਹਿਲਾਂ ਦੱਸਿਆ a ਕੀ ਹੁੰਦਾ coefficient of x ਬੇਟੇ b ਕੀ ਹੁੰਦਾ coefficient of y and c is called ਬੇਟੇ coefficient sorry constant term ठीक है so in this equation what we can write here a is what ठीक है a is what बेटे देखो x ਦਾ coefficient ਕਿੰਨਾ ਬੇਟੇ ਆਪਣੇ ਕੋਲ nothing that is what 1 fine and y ਦਾ coefficient ਬੇਟੇ ਕੀ ਹੈ ਆਪਣੇ ਕੋਲ -2 ਬੱਚੇ ਇੱਥੇ ਵੀ ਗਲਤੀ ਕਰਦੇ ਸਿਰਫ ਕੱਲਾ 2 ਲਿਖ ਦਿੰਦੇ ਆ ਸਾਇੰਸ ਦਾ ਧਿਆਨ ਰੱਖਣਾ ਹੁੰਦਾ ਬੇਟੇ b ਕਿੰਨਾ ਹੋ ਗਿਆ ਆਪਣੇ ਕੋਲ -2 ਹੋ ਗਿਆ and this is what beta constant term that is what 6 ठीक है hope so ਤੁਹਾਨੂੰ ਹੁਣ ਸਟੈਂਡਰਡ ਫਾਰਮ ਦਾ ਕਨਸੈਪਟ ਕਲੀਅਰ ਹੋ ਗਿਆ ਹੋਣਾ ਜੇ ਕੋਈ ਡਾਊਟ ਆ ਪੁੱਛ ਸਕਦੇ ਹੋ ਫਿਰ ਆਪਾਂ ਇਸ ਤੋਂ ਬਾਅਦ ਚੋਂ ਅੱਗੇ ਕੰਟੀਨਿਊ ਕਰਦੇ ਹਾਂ ਕਲੀਅਰ ਬਈ ਸਵਾਦ ਆ ਰਿਹਾ ਹੋਊਗਾ ਮੈਨੂੰ ਤਾਂ ਵੀ ਬਹੁਤ ਆ ਰਿਹਾ ਹੈ ਠੀਕ ਹੈ ਇੱਕ ਨੰਬਰ ਕਹਿੰਦੇ ਮਾਹੌਲ ਬਣਿਆ ਪਿਆ ਕਿ ਇਹਨੂੰ ਆਪਾਂ ਥੋੜਾ ਜਿਹਾ ਹੋਰ ਐਂ ਕਰ ਦਿੰਨੇ ਆ ਇਹਨੂੰ ਆਪਾਂ ਚੱਕ ਕੇ ਰੱਖ ਦਿੰਨੇ ਆ ਸਾਈਡ ਤੇ ਠੀਕ ਹੈ ਇਹਨੂੰ ਵੀ ਆਪਾਂ ਕੀਤਾ ਇਹ ਸੋ ਹੋਪ ਸੋ ਬੱਚਾ ਪਾਰਟੀ ਤੁਹਾਨੂੰ ਸਟੈਂਡਰਡ ਫਾਰਮ ਦਾ ਕਲੀਅਰ ਹੋ ਗਿਆ ਹੋਣੀ ਆ ਓਕੇ ਆ ਹੁੰਦੀ ਹੈ ਬਸ ਸਟੈਂਡਰਡ ਫਾਰਮ ਕੁਛ ਨਹੀਂ ਬਸ ਰਾਈਟ ਹੈਂਡ ਸਾਈਡ 0 ਹੋਣੀ ਚਾਹੀਦੀ ਹੈ ਪਹਿਲਾਂ ਐਕਸਲ ਟਰਮ ਫਿਰ y ਵਾਲੇ ਫਿਰ ਆਪਣੇ ਕੋਲ ਕੀ ਹੋਣਾ ਚਾਹੀਦਾ ਬੇਟੇ ਕਾਂਸਟੈਂਟ x ਦਾ ਕੋਐਫੀਸ਼ੀਐਂਟ ਹੋਊਗਾ a y ਦਾ ਕੋਐਫੀਸ਼ੀਐਂਟ ਹੋਊਗਾ b ਐਂਡ ਦਾ ਕਾਂਸਟੈਂਟ ਟਰਮ ਇਜ਼ ਵਟ c ਓਕੇ ਇੱਕ ਅੱਧੇ ਐਗਜ਼ਾਮਪਲ ਹੋਰ ਕਰਦੇ ਆ ਫਿਰ ਆਪਾਂ ਅੱਗੇ ਚੱਲਦੇ ਹਾਂ ਠੀਕ ਹੈ ਤੇ ਉਹ ਐਗਜ਼ਾਮਪਲ ਆਪਾਂ ਕਰਦੇ ਹਾਂ ਸਟਾਰਟ ਹੁਣੀ ਠੀਕ ਹੈ ਹਾਂਜੀ ਬੇਟੇ ਓਕੇ ਦੇਖੋ ਹੁਣ ਅਨਦਰ ਐਗਜ਼ਾਮਪਲ ਮੰਨ ਲਓ ਵੀ ਆਪਣੇ ਕੋਲ ਬੇਟੇ ਆ ਲਿਖਿਆ ਹੋਇਆ ਇੱਥੇ x minus 3 is equal to 0 and ਤੁਹਾਨੂੰ ਕੁਐਸਚਨ ਆ ਗਿਆ ਪੇਪਰ ਦੇ ਵਿੱਚ ਕਿ you have to write this in what standard form ਠੀਕ ਹੈ ਲੀਨੀਅਰ ਇਕੁਏਸ਼ਨ ਇਨ ਟੂ ਵੇਰੀਏਬਲ ਦੀ ਫਾਰਮ ਚ ਲਿਖਣਾ ਹੈਗਾ ਓਕੇ ਹੁਣ ਇਹਦੇ ਵਿੱਚ ਪ੍ਰੋਬਲਮ ਕੀ ਹੈ ਬੇਟੇ ਆਪਣੇ ਕੋਲ ਇਹ ਚ ਸਿਰਫ ਇੱਕ ਹੀ ਵੇਰੀਏਬਲ ਆ ਓਕੇ ਐਂਡ ਚੈਪਟਰ ਦੀ ਸਟਾਰਟਿੰਗ ਦੇ ਵਿੱਚ ਮੈਂ ਤੁਹਾਨੂੰ ਦੱਸਦਾ ਸੀ ਬੇਟੇ ਵੀ ਜੇ ਤੁਹਾਡੇ ਕੋਲ a ਜਾਂ b 0 ਹੋਇਆ ਦੈਨ ਪੱਕਾ ਉੱਥੇ ਇੱਕ ਵੇਰੀਏਬਲ ਮਿਸਿੰਗ ਹੋਊਗਾ ਇੱਥੇ ਹੁਣ ਤੁਹਾਡੇ ਕੋਲ y ਮਿਸਿੰਗ ਆ ਦੈਟ ਮੀਨਸ y ਦਾ ਕੋਐਫੀਸ਼ੀਐਂਟ ਬੇਟੇ ਕਿੰਨਾ ਸੀਗਾ 0 ਸੀਗਾ ਤਾਂ ਹੀ ਉਹ ਮਿਸਿੰਗ ਆ ਓਕੇ ਹੁਣ ਜੇ ਆਪਾਂ ਇਹਨੂੰ ਸਟੈਂਡਰਡ ਫਾਰਮ ਚ ਲਿਖਣਾ ਚਾਹੁੰਦੇ ਆ what we can write ਆ ਦੇਖੋ
x ਹੁਣ 0 है नहीं बेटे ते ਆਪਾਂ ਕੀ ਲਿਖ ਦਾਂਗੇ 0y ठीक है एंड कांस्टेंट टर्म इज व्हाट -3 सो इक्वल टू की लिखता बेटे ਆਪਾਂ 0 नाउ यू कैन सी कि दिस इज इन द स्टैंडर्ड फॉर्म ओके आओ सा देखो बेटे पहला एक्सेल टर्म फिर y वाली फिर अपने को क्या आ गया बेटे कांस्टेंट ठीक है जी ओके नाउ हियर व्हाट वी कैन राइट द वैल्यूज ऑफ a b c ओके a कितना हो गया बेटे अपने को 1 हो गया एंड b कितना हो गया बेटे 0 हो गया एंड c कितना हो गया अपने को -3 हो गया अनदर एग्जांपल भी ਆਪਾਂ ਲੈ ਸਕਦੇ ਹਾਂ ਉਹ ਵੀ ਦੇਖ ਲਓ ओके फिर आप ਅੱਗੇ ਚੱਲਦੇ ਹਾਂ ओके let us take another example okay मान लो बेटे आप ਇੱਥੇ ਲਿਖ ਦਈਏ y is equal to 2 okay question same ਹੈ ਫਿਰ ਤੁਹਾਨੂੰ ਕਿ you have to write it in the what standard form fine okay so ਹੁਣ ਇਹਦੇ ਵਿੱਚ ਜੇ ਆਪਾਂ ਫੋਕਸ ਕਰੀਏ ਬੇਟੇ ਆਪਣੇ ਕੋਲ x ਹੈ ਨਹੀਂਗਾ okay so ਆਪਾਂ x ਨੂੰ ਇਨਵੋਲਵ ਕਰਾਂਗੇ here we will write the coefficient of x is what ਹਾਂਜੀ 0 ਠੀਕ ਹੈ ਸੋ ਹੁਣ ਇੱਥੇ ਆਪਾਂ ਕੀ ਲਿਖਾਂਗੇ ਬੇਟੇ 0x ਪਲੱਸ ਨੈਕਸਟ ਟਰਮ ਕਿਹੜੀ ਚਾਹੀਦੀ ਬੇਟੇ ਆਪਾਂ ਨੂੰ y ਵਾਲੀ ਉਹ ਲੈਫਟ 'ਚ ਪਈ ਆ ਇੱਥੇ ਲਿਖਤੀ ਬੇਟੇ ਨਾਓ ਵੀ ਨੀਡ ਕਨਸਟੈਂਟ that is on what where राइट हैंड साइड सो ਉਹਨੂੰ ਆਪਾਂ ਇਧਰ ਟ੍ਰਾਂਸਫਾਰਮ ਕਰਾਂਗੇ ਬੇਟੇ ਪਲੱਸ ਦਾ 2 ਇੱਥੇ ਕੀ ਹੋ ਗਿਆ ਬੇਟੇ -2 is equal to what 0 okay now the equation is in the standard form and we can write the coefficients ਬੇਟਾ okay ਆ ਦੇਖੋ ਹੁਣ ਧਿਆਨ ਨਾਲ ਬੇਟੇ x ਦਾ ਕੋਐਫੀਸ਼ੀਐਂਟ ਕੀ ਹੈ ਬੇਟੇ ਆਪਣੇ ਕੋਲ ਇੱਥੇ 0 ਆ ਸੋ that means a ਦੀ ਵੈਲਿਊ ਕਿੰਨੀ ਹੋਗੀ ਬੇਟੇ 0 and you can see y ਦਾ ਕੋਐਫੀਸ਼ੀਐਂਟ ਕਿੰਨਾ ਬੇਟੇ ਆਪਣੇ ਕੋਲ 1 ਆ ਸੋ b ਦੀ ਵੈਲਿਊ ਕਿੰਨੀ ਹੋਗੀ ਬੇਟਾ ਜੀ ਆਪਣੇ ਕੋਲ 1 ਹੋਗੀ and this is what ਬੇਟੇ ਕਾਂਸਟੈਂਟ ਟਰਮ ਠੀਕ ਹੈ ਕਿਰਪਾ ਕਰਕੇ ਸਾਈਨ ਦੇ ਉੱਪਰ ਧਿਆਨ ਦਿਓ ਹਮੇਸ਼ਾ okay c ਕਿੰਨਾ ਆ ਗਿਆ ਬੇਟੇ ਆਪਣੇ ਕੋਲ -2 ਆ ਗਿਆ got it ਨਾ so this is all about what ਬੇਟਾ स्टैंडर्ड फॉर्म ओके होप सो ਤੁਹਾਨੂੰ ਇਹ ਕਲੀਅਰ ਹੋ ਗਿਆ ਹੋਣਾ ਕੋਈ ਇਹ ਚੇਡਾ की बड़ा तगड़ी गल ਤਾਂ ਹੈ नहीं कि मेन ਤਾਂ ਇਸ ਤੋਂ ਬਾਅਦ ਚੋਂ ਸਟਾਰਟ ਹੋਊਗਾ खेल तो अभी बाकी है मेरे दोस्त ठीक है ये तो जस्ट ਆਪਾਂ ਕੀ ਕੀਤਾ स्टैंडर्ड फॉर्म सीखी है भी स्टैंडर्ड फॉर्म ਹੁੰਦੀ ਕੀ ਹੈ हाउ वी कैन राइट दैट ठीक है गलत हो गया काम थोड़ा ਜਿਹਾ ठीक है खर्चो ए हाँ ना ਆਪਾਂ ਚੱਕ ਕੇ ਇੱਥੇ ਲੱਗ ਜਾਂਦੇ ਠੀਕ ਹੈ ਜੀ ओके बेटे सो इतना कोई डाउट होप सो नहीं होगा ਹੁਣ ਆਪਾਂ ਮੇਨ ਜਿਹੜਾ ਆਪਣਾ ਇੰਪੋਰਟੈਂਟ ਟਾਪਿਕ ਹੈ ਉਹਦੇ ਉੱਪਰ ਫੋਕਸ ਕਰਾਂਗੇ ਵੀ ਠੀਕ ਆ ਆਪਾਂ ਨੂੰ ਪਤਾ ਲੱਗ ਗਿਆ ਲੀਨੀਅਰ ਇਕੁਏਸ਼ਨ ਇਨ ਟੂ ਵੇਰੀਏਬਲ ਹੁੰਦੀ ਕੀ ਆ ਓਕੇ ਲਿਖਣਾ ਕਿਵੇਂ ਉਹ ਵੀ ਸਾਰਾ ਕੁਝ ਕਲੀਅਰ ਹੋ ਗਿਆ ਕੋਐਫੀਸ਼ੀਐਂਟਸ ਕੀ ਹੁੰਦੇ ਉਹ ਵੀ ਸਾਰਾ ਕੁਝ ਕਲੀਅਰ ਹੋ ਗਿਆ ਹੁਣ ਆਪਾਂ ਇਸ ਚੈਪਟਰ ਵਿੱਚ ਕਰਨਾ ਕੀ ਚਾਹੁੰਦੇ ਆ ਮੁੱਦਾ ਤਾਂ ਇਹ ਹੈ ਠੀਕ ਹੈ ਹੁਣ ਆਪਾਂ ਇਹਦੇ ਉੱਪਰ ਫੋਕਸ ਕਰਾਂਗੇ ਮੇਰੇ ਵੀਡੀਓ ਓਕੇ ਨਾਓ ਆਈ ਐਮ ਗੋਇੰਗ ਟੂਵਰਡਸ ਦ ਨੈਕਸਟ ਪੀਸ ਠੀਕ ਹੈ ਹੁਣ ਦੇਖਿਓ ਧਿਆਨ ਨਾਲ ਹੁਣ ਚੀਜ਼ਾਂ ਸਿਰਾ ਹੋਣਗੀਆਂ ਹੁਣ ਕੱਲੀ ਕੱਲੀ ਗੱਲ ਨਾ ਸੁਣ ਲਿਓ ਧਿਆਨ ਨਾਲ ਪੱਲੇ ਬਣ ਵਾਲੀ ਗੱਲ ਹੈ ਠੀਕ ਹੈ ਦੇਖੋ ਇਸ ਚੈਪਟਰ ਵਿੱਚ ਬੇਟੇ ਆਪਾਂ ਕਰਨਾ ਕੀ ਚਾਹੁੰਦੇ ਆ एक्चुअली वी हैव टू फाइंड द सॉल्यूशंस ठीक है ਆਪਾਂ ਕੀ ਕਰਨਾ ਚਾਹੁੰਦੇ ਆ ਬੇਟੇ ਹਾਂ ਮਿਸ ਮਾਰ ਗਿਆ ਸੀਗਾ ਓਕੇ ਆਪਾਂ ਕੀ ਕਰਨਾ ਚਾਹੁੰਦੇ ਆ ਬੇਟੇ ਇੱਥੇ ਸੋਲੂਸ਼ਨਸ ਫਾਈਂਡ ਆਊਟ ਕਰਨਾ ਚਾਹੁੰਦੇ ਆ ਕਿਹਦੇ ਆਫ ਲੀਨੀਅਰ ਇਕੁਏਸ਼ਨ ਇਨ ਟੂ ਵੇਰੀਏਬਲਸ ਠੀਕ ਹੈ ਆਪਾਂ ਇਹਦੇ ਬੇਟੇ ਪਤਾ ਕਰਨੇ ਆ ਸੋਲੂਸ਼ਨਸ ਠੀਕ ਹੈ ਹੁਣ ਬੱਚਿਆਂ ਨੂੰ ਪੰਗਾ ਇੱਥੇ ਪੈਂਦਾ ਵੀ ਸਰ ਸੋਲੂਸ਼ਨ ਹੁੰਦੇ ਕੀ ਆ ਹੁਣ ਆਪਾਂ ਤੁਹਾਨੂੰ ਉਹ ਕਲੀਅਰ ਕਰਾਂਗੇ ਠੀਕ ਹੈ ਸੋਲੂਸ਼ਨ ਹੁੰਦਾ ਕੀ ਹੈ ਪਤਾ ਕਿਸ ਨੂੰ ਵਾਟ ਇਜ਼ ਸੋਲੂਸ਼ਨ मैं दसदा चिंता नहीं करनी ठीक है जाना नहीं किते आ देखियो ध्यान नाल हुण सुन लियो कल्ली कल्ली गल ले पा लियो किरा ध्यान नाल ठीक है हाँ जी बेटे देखियो हुण ध्यान नाल सॉल्यूशन दे हुण आपां उपर बेटे फोकस करदे आ भी पहला सॉल्यूशन हुंदा की है पहले तां आपां इहनूं सिੱਖੀਏ हाउ टू फाइंड द सॉल्यूशंस ऑफ लीनियर इक्वेशन इन टू वेरिएबल मुद्दा बाद दागा पहला आपां देखांगे भी सॉल्यूशन हुंदा की है देखो बेटे ध्यान नाल मेरे कोल मान लो बेटे एक इक्वेशन पई आ x + y = 6 ठीक है जी ਮੈਂ ਮਤਲਬ ਇਹਦਾ ਅਸਲ ਦੇ ਵਿੱਚ ਇਕੁਏਸ਼ਨ ਦਾ ਮਤਲਬ ਪਤਾ ਕੀ ਆ ਵੀ ਮੈਨੂੰ ਬੇਟੇ ਦੋ ਨੰਬਰ ਚਾਹੀਦੇ ਆ ਜਿਨ੍ਹਾਂ ਦਾ ਪਲੱਸ ਕਿੰਨਾ ਹੋਣਾ ਚਾਹੀਦਾ ਬੇਟੇ 6 ਹੋਣਾ ਚਾਹੀਦਾ ਹੈਗਾ ਮੈਂ ਕਿਸੇ ਬੱਚੇ ਨੂੰ ਪੁੱਛ ਲਿਆ ਵੀ ਹਾਂ ਵੀ ਦੱਸ ਕਿਹੜੇ ਕਿਹੜੇ ਦੋ ਨੰਬਰ ਨੇ ਜਿਹਨਾਂ ਦਾ ਪਲੱਸ 6 ਹੋਣਾ ਚਾਹੀਦਾ ਓਕੇ ਦੈਨ ਵਾਟ ਕੈਨ ਆਈ ਰਾਈਟ ਜਾਂ ਉਹ ਕੀ ਕਹੂਗਾ ਵੀ ਸਰ ਇੱਕ ਤਾਂ ਨੰਬਰ 1 ਲੈ ਲਓ ਇੱਕ ਨੰਬਰ ਲੈ ਲਓ 5 1 + 5 is what ਬੇਟਾ 6 ਠੀਕ ਹੈ ਹੁਣ ਹੋਰ ਕੋਈ ਐਗਜ਼ਾਮਪਲ ਵੀ ਪੋਸੀਬਲ ਹੋ ਸਕਦੀ ਹੈ ਨਾ ਜ਼ਰੂਰੀ ਥੋੜਾ 1 ਤੇ 5 ਹੀ ਹੋਣਗੇ ਇਟ ਕੈਨ ਬੀ 0 ਐਂਡ 6 ਦਾ ਕੰਬੀਨੇਸ਼ਨ ਠੀਕ ਹੈ ਜਾਂ ਬੇਟੇ ਹੋਰ ਕਿਹਦਾ ਕੰਬੀਨੇਸ਼ਨ ਹੋ ਸਕਦਾ ਹੈ ਵੀ ਕੈਨ ਸੇ 2, 4 ਹੈ ਨਾ x ਦੀ ਵੈਲਿਊ 2 ਲੈਣੀ y ਦੀ ਵੈਲਿਊ 4 ਲੈਣੀ ਹੈ ਠੀਕ ਹੈ ਇਹ ਉਹ ਸਾਰੇ ਕੰਬੀਨੇਸ਼ਨਸ ਨੇ ਬੇਟੇ ਜਿਹੜੇ ਮੈਂ ਇਸ ਇਕੁਏਸ਼ਨ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਲਿਖੇ ਹੋਏ ਆ ਓਕੇ ਜਿਹਦੇ ਵਿੱਚ ਹੁਣ ਧਿਆਨ ਨਾਲ ਦੇਖੋ ਮੈਂ ਬੇਟੇ ਇੱਥੇ x ਕਿਹਨੂੰ ਲੈ ਰਿਹਾ ਹੈਗਾ 1 ਨੂੰ ਲੈ ਰਿਹਾ ਐਂਡ y ਦੀ ਵੈਲਿਊ ਬੇਟੇ ਮੈਂ ਕੀ ਲੈ ਰਿਹਾ ਇੱਥੇ 5 ਲੈ ਰਿਹਾ ਇਸ ਕੰਬੀਨੇਸ਼ਨ ਦੇ ਵਿੱਚ ਬੇਟੇ ਮੈਂ x ਕਿੰਨਾ ਲੈ ਰਿਹਾ ਹੈਗਾ 0 ਲੈ ਰਹੇ ਹਾਂ ਐਂਡ y ਕਿੰਨਾ ਲੈ ਰਹੇ ਬੇਟੇ ਆਪਾਂ 6 ਲੈ ਰਹੇ ਹਾਂ ਇਸ ਦੇ ਵਿੱਚ ਬੇਟੇ x ਕਿੰਨਾ ਆਪਣੇ ਕੋਲ 2 ਆ ਐਂਡ y ਕਿੰਨਾ ਬੇਟੇ ਆਪਣੇ ਕੋਲ 4 ਆ ਠੀਕ ਹੈ ਜੀ ਹੁਣ ਧਿਆਨ ਨਾਲ ਦੇਖੋ ਬੇਟੇ ਜਿਹੜੇ ਆਪਣੇ ਕੋਲ ਤਿੰਨ ਕੰਬੀਨੇਸ਼ਨਸ ਦੇਖੇ ਆ ਮੈਂ ਲਿਖਿਆ ਓਕੇ ਇਹ ਆਪਣੀ ਗਿਵਨ ਇਕੁਏਸ਼ਨ ਨੂੰ ਕੀ ਕਰ ਦੇਣਗੇ ਬੇਟੇ ਸੈਟੀਸਫਾਈ ਆ ਬਹੁਤ ਇੰਪੋਰਟੈਂਟ ਵਰਡ ਹੈ ਬੇਟੇ ਮੈਥਮੈਟਿਕਸ ਦੀ ਲੈਂਗੁਏਜ ਦੇ ਵਿੱਚ ਫਾਈਨ ਓਕੇ ਜਿਹੜੇ ਆਪਣੇ ਕੋਲ ਤਿੰਨ ਕੰਬੀਨੇਸ਼ਨ ਹੈ ਨਾ ਆਹ ਵਾਲੇ ਇਹ ਤਿੰਨੇ ਬੇਟੇ ਇਸ ਇਕੁਏਸ਼ਨ ਨੂੰ ਕੀ ਕਰਨਗੇ ਸੈਟੀਸਫਾਈ ਕਰਨਗੇ ਹੁਣ ਇਹ ਸੈਟੀਸਫਾਈ ਦਾ ਮਤਲਬ ਕੀ ਹੁੰਦਾ ਬੇਟੇ ਜਦੋਂ ਮੈਂ ਇਹਨਾਂ ਵੇਰੀਏਬਲਸ ਦੀਆਂ ਵੈਲਿਊਜ਼ ਨੂੰ ਇਸ ਇਕੁਏਸ਼ਨ ਦੇ ਵਿੱਚ ਪਲੱਗ ਇਨ ਕਰੂੰਗਾ then
ਕੀ ਹੋਊਗਾ ਬੇਟੇ ਲੈਫਟ ਹੈਂਡ ਸਾਈਡ ਵਿਲ ਇਕੁਅਲ ਟੂ ਰਾਈਟ ਹੈਂਡ ਸਾਈਡ। ਨਹੀਂ ਵੀ ਪੱਲੇ ਪਿਆ ਪ੍ਰੈਕਟੀਕਲ ਕਰਕੇ ਦੇਖ ਲਓ। ਦੇਖੋ ਹੁਣ ਸਭ ਤੋਂ ਪਹਿਲਾਂ ਬੇਟੇ ਮੈਂ ਕੀ ਕਰਨ ਜਾ ਰਹੇ ਹਾਂ, ਇਸ ਇਕੁਏਸ਼ਨ ਦੇ ਵਿੱਚ ਪੁੱਟ ਕਰਨ ਜਾ ਰਹੇ ਹਾਂ x ਦੀ ਵੈਲਿਊ 1 ਐਂਡ y ਦੀ ਵੈਲਿਊ 5। ਠੀਕ ਹੈ, ਪੁੱਟ ਕਰੋ ਬੇਟੇ। ਪਹਿਲਾਂ ਲੈਫਟ ਹੈਂਡ ਸਾਈਡ ਦੇ ਵਿੱਚ ਪੁੱਟ ਕਰਦੇ ਹਾਂ ਆਪਾਂ। ਲੈਫਟ ਹੈਂਡ ਸਾਈਡ ਦੇ ਵਿੱਚ ਆਪਣੇ ਕੋਲ ਕੀ ਲਿਖਿਆ ਹੋਇਆ x y। ਓਕੇ, x ਦੀ ਵੈਲਿਊ 1 y ਦੀ ਵੈਲਿਊ 5, ਸੋ ਆਨਸਰ ਇਜ਼ ਬੇਟਾ 6। ਠੀਕ ਹੈ, ਹੁਣ ਜੇ ਆਪਾਂ ਫੋਕਸ ਕਰੀਏ ਰਾਈਟ ਹੈਂਡ ਸਾਈਡ ਦੇ ਉੱਪਰ, ਰਾਈਟ ਹੈਂਡ ਸਾਈਡ ਕੀ ਹੈ ਬੇਟੇ ਆਪਣੇ ਕੋਲ ਇੱਥੇ 6 ਆ। ਐਂਡ ਯੂ ਕੈਨ ਸੀ ਕਿ ਜਿਹੜੀ ਲੈਫਟ ਹੈਂਡ ਸਾਈਡ ਆ ਬੇਟੇ ਉਹਦਾ ਆਨਸਰ ਵੀ 6 ਆ ਗਿਆ, ਰਾਈਟ ਹੈਂਡ ਸਾਈਡ ਉਹਦਾ ਆਨਸਰ ਵੀ ਕਿੰਨਾ ਆ ਗਿਆ ਬੇਟੇ 6 ਆ ਗਿਆ। दैट मींस वी कैन से कि लेफ्ट हैंड साइड इज इक्वल टू व्हाट बेटे right hand side। That means the value of x equal to 1 and value of y is equal to 5 is a solution of this linear equation in two variable। Got it ना? Solution बेटे कुछ नहीं होता, just it is a value of variable or variables which will satisfy the given equation or equations। Getting my point ना? Okay, नहीं भी समझा मैं इथे लिख देना, ठीक है, वो भी हम नोट कर लियो। ਓਕੇ ਬੇਟੇ, ਲਿਖ ਲਿਓ ਸੋਲੂਸ਼ਨ ਹੁੰਦਾ ਕੀ ਹੈ ਤੁਹਾਡੇ ਲਈ। ਮੈਂ ਇੱਥੇ ਲੈਂਗੁਏਜ ਵੀ ਲਿਖ ਦਿੰਦਾ, ਠੀਕ ਹੈ, ਤਾਂ ਕਿ ਤੁਸੀਂ ਯਾਦ ਰੱਖਿਓ। ਕਈ ਵਾਰੀ ਬੱਚੇ ਭੁੱਲ ਜਾਂਦੇ ਆ, ਵੈਸੇ ਤਾਂ ਚੀਜ਼ਾਂ ਸਾਰੀਆਂ ਸਮਝਣ ਵਾਲੀਆਂ ਹੁੰਦੀਆਂ ਨੇਗੀਆਂ। ਓਕੇ, ਪਰ ਫਿਰ ਵੀ ਠੀਕ ਹੈ, ਲਿਖ ਦਿੰਦਾ ਮੈਂ ਇੱਥੇ। ਹਾਂਜੀ ਬੇਟੇ, ਲਿਖ ਲਿਓ ਡੈਫੀਨੇਸ਼ਨ ਆਫ ਸੋਲੂਸ਼ਨ। ਡੈਫੀਨੇਸ਼ਨ ਤਾਂ ਐਕਚੁਅਲੀ ਤਾਂ ਮੇਰੇ ਜੋ ਹਿਸਾਬ ਦਾ ਐਕਸਪੀਰੀਅੰਸ ਹੈ, ਓਕੇ, ਉਹ ਲਿਖ ਰਿਹਾ ਮੈਂ। ਇਸ ਬਕਸ ਦੇ ਵਿੱਚ ਤਾਂ ਕਿਤੇ ਲਿਖਿਆ ਨਹੀਂ ਹੁੰਦਾ ਸੋਲੂਸ਼ਨ ਕੀ ਹੁੰਦਾ, ਦੇਖ ਲਿਓ, ਠੀਕ ਹੈ। ਹਾਂਜੀ ਬੇਟੇ ਲਿਖੋ। ਇਟ ਇਜ਼ ਦ value or values, it is the value or values of variable or variables, okay, which will satisfy the given equation or equations। ठीक है जी, which will satisfy the given equation or equations। ਇਹ ਬੇਟੇ ਮੈਂ ਇੱਥੇ ਨਾਲ ਐਸ ਕਿਉਂ ਲਿਖਿਆ, ਇਹਦਾ ਵੀ ਤੁਹਾਨੂੰ ਮੈਂ ਰੀਜ਼ਨ ਦੱਸੂਗਾ। ਇਹ ਵੈਸੇ ਨਾ 10th ਕਲਾਸ ਵਿੱਚ ਜਾ ਕੇ ਆਪਾਂ ਗੱਲਾਂ ਬਾਤਾਂ ਕਰਾਂਗੇ। ਸੋਲੂਸ਼ਨ ਹੁੰਦਾ ਕੀ ਆ, ਵੈਲਿਊ ਹੁੰਦੀ ਹੈ ਵੇਰੀਏਬਲ ਦੀ, ਪਰ ਮੈਂ ਬ੍ਰੈਕਟ ਵਿੱਚ ਇੱਥੇ ਨਾਲ ਕੀ ਲਿਖ ਰੱਖਿਆ ਵੇਰੀਏਬਲਸ, ਕਿਉਂਕਿ ਸਮਟਾਈਮਸ ਦਾ ਇਕੁਏਸ਼ਨ ਵਿੱਚ ਇੱਕ ਵੇਰੀਏਬਲ ਹੁੰਦਾ ਹੈਗਾ, ਸਮਟਾਈਮਸ ਇੱਕ ਤੋਂ ਜ਼ਿਆਦਾ ਹੁੰਦੇ ਆ। ਸੇਮ ਅੱਗੇ ਬੇਟੇ ਦੇਖੋ ਕੀ ਲਿਖਿਆ ਹੋਇਆ, ਅੱਗੇ ਕੀ ਲਿਖਿਆ ਮੈਂ ਇੱਥੇ ਗਿਵਨ ਇਕੁਏਸ਼ਨ। ਸਮਟਾਈਮਸ ਇੱਕ ਇਕੁਏਸ਼ਨ ਦਿੱਤੀ ਹੁੰਦੀ ਆ, ਸਮਟਾਈਮਸ ਆਪਣੇ ਕੋਲ ਇੱਕ ਤੋਂ ਜ਼ਿਆਦਾ ਇਕੁਏਸ਼ਨ ਹੁੰਦੀ ਆ, ਉਹ ਆਪਾਂ 10th ਕਲਾਸ ਦੇ ਵਿੱਚ ਜਾ ਕੇ ਕਰਾਂਗੇ। ਫਿਲਹਾਲ ਜਿਹੜਾ ਆਪਣਾ ਮੁੱਦਾ ਬੇਟੇ ਉਹ ਤਾਂ ਸਿਰਫ ਇੱਕ ਇਕੁਏਸ਼ਨ ਤੱਕ ਹੀ ਆ। ਜਿਵੇਂ ਹੁਣ ਆਪਾਂ ਹੁਣੇ ਕਰਕੇ ਹਟੇ ਆ ਵੀ ਭਾਈ ਆਪਣੇ ਕੋਲ ਇੱਕ ਇਕੁਏਸ਼ਨ ਸੀਗੀ, ਕਿਹੜੀ ਇਕੁਏਸ਼ਨ ਸੀਗੀ ਆ x y is equal to 6। ਆਹੀ ਇਕੁਏਸ਼ਨ ਸੀ ਨਾ। ਇਹਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਕਿਹੜੀ ਐਗਜ਼ਾਮਪਲ ਲੈ ਕੇ ਦੇਖੀਏ, ਆਪਾਂ x ਨੂੰ 0 ਲੈਤਾ ਬੇਟੇ, y ਨੂੰ ਆਪਾਂ ਕੀ ਲੈਤਾ ਸੀਗਾ 6 ਲੈਤਾ ਸੀਗਾ। ਇਹਨਾਂ ਦੋਨਾਂ ਵੈਲਿਊਜ਼ ਨੇ ਇਸ ਇਕੁਏਸ਼ਨ ਨੂੰ ਕੀ ਕਰਦਾ ਬੇਟੇ ਸੈਟੀਸਫਾਈ ਕਰਦਾ। ਸੈਟੀਸਫਾਈ ਮਤਲਬ ਇਹਨਾਂ ਨੂੰ ਜਦੋਂ ਮੈਂ ਇਹ ਚ ਪਲੱਗ ਇਨ ਕੀਤਾ, ਲੈਫਟ ਦਾ ਆਨਸਰ ਕਿਹਦੇ ਕੋਲ ਆ ਗਿਆ, ਰਾਈਟ ਦੇ ਕੋਲ ਆ ਗਿਆ। ਸੋ ਦਿਸ ਇਜ਼ ਵਾਟ ਬੇਟਾ ਵਨ ਸੋਲੂਸ਼ਨ ਹੈ। ਇਹ ਆਪਣੇ ਕੋਲ ਇੱਕ ਸੋਲੂਸ਼ਨ ਹੋ ਗਿਆ ਨਾ। ਹੋਰ ਵੀ ਆਈ ਆਪਾਂ ਲਿਖ ਸਕਦੇ ਹਾਂ, ਇੱਕ ਲਿਖ ਸਕਦੇ ਹਾਂ। ਉਹ ਹੁਣ ਆਪਾਂ ਸਿੱਖਾਂਗੇ ਵੀ ਆਪਾਂ ਹੋਰ ਕਿੰਨੇ ਕੁ ਸੋਲੂਸ਼ਨਸ ਇਹਦੇ ਲਿਖ ਸਕਦੇ ਹਾਂ। ਆਪਣੇ ਕੋਲ ਬੇਟੇ ਮੰਨ ਲਓ ਇੱਕ ਇਕੁਏਸ਼ਨ ਸੀਗੀ, ਠੀਕ ਹੈ, ਓਹੋ ਖੜ ਜਾਓ ਆਪਾਂ ਐਂ ਕਰ ਦਾਂਗੇ, ਚਿੰਤਾ ਨਹੀਂ ਕਰਨੀ, ਖਲਾਰੇ ਪਾ ਦਾਂਗੇ। ਇਹਨੂੰ ਆਪਾਂ ਪਾਵਾਂਗੇ ਡੱਬੇ 'ਚ, ਬਦਲ ਦਈਏ ਨਾ, ਅੱਛਾ ਠੀਕ ਹੈ, ਚਲੋ ਇਹਨੂੰ ਆਪਾਂ ਕਰ ਲਿਆ ਇੱਧਰ, ਠੀਕ ਹੈ ਬੇਟੇ। ਇਹਦੇ ਵਿੱਚ x ਆਪਣੇ ਨਾਲ ਲਿੱਤਾ ਸੀਗਾ 0 ਐਂਡ y ਦੀ ਵੈਲਿਊ ਕੀ ਸੀ ਬੇਟੇ ਆਪਣੇ ਕੋਲ 6 ਸੀਗੀ। ਸੋ ਦਿਸ ਇਜ਼ ਵਾਟ ਫਸਟ ਸੋਲੂਸ਼ਨ ਆਫ ਦਿਸ ਲੀਨੀਅਰ ਇਕੁਏਸ਼ਨ ਇਨ ਟੂ ਵੇਰੀਏਬਲ। ਕਿੰਨੇ ਕੁ ਲਿਖ ਸਕਦੇ ਹੋ, ਕਰਦੇ ਹਾਂ ਕੋਸ਼ਿਸ਼ ਬੇਟੇ। ਆਪਾਂ ਸੈਕੰਡ ਕੋਈ ਹੋਰ ਕੰਬੀਨੇਸ਼ਨ ਦੇਖਦੇ ਹਾਂ। ਜੇ ਆਪਾਂ x ਦੀ ਵੈਲਿਊ 1 ਲੈ ਲਈਏ, y ਦੀ ਵੈਲਿਊ 5 ਲੈ ਲਈਏ, ਗੱਲ ਫਿਰ ਵੀ ਬਣ ਜਾਣੀ ਆ। ਪੁੱਟ ਕਰਕੇ ਦੇਖ ਲਓ, ਲੈਫਟ ਦਾ ਆਂਸਰ ਕਿੰਨਾ ਹੋਊਗਾ ਬੇਟੇ 1 + 5 दैट इज व्हाट 6 ਐਂਡ ਰਾਈਟ ਹੈਂਡ ਸਾਈਡ ਕਿੰਨਾ ਬੇਟੇ 6 ਆ। दैट मींस ਇਸ ਕੰਬੀਨੇਸ਼ਨ ਨੇ ਵੀ ਇਸ ਇਕੁਏਸ਼ਨ ਨੂੰ ਕੀ ਕਰਤਾ ਬੇਟੇ ਸੈਟੀਸਫਾਈ ਕਰਤਾ। ਹੋਰ ਦੇਖਦੇ ਹਾਂ ਟਰਾਈ ਕਰਕੇ, ਠੀਕ ਹੈ, ਇੱਕ ਹੋਰ ਦੇਖਦੇ ਹਾਂ ਟਰਾਈ ਕਰਕੇ। ਮੰਨ ਲਓ ਬੇਟੇ ਆਪਾਂ x ਦੀ ਵੈਲਿਊ ਕਿੰਨੀ ਲੈ ਲਈ 4, y ਦੀ ਵੈਲਿਊ ਬੇਟੇ ਆਪਾਂ ਕਿੰਨੀ ਲੈ ਲਈ ਮੰਨ ਲਓ 2, ਤਾਂ ਇਹ ਕੰਬੀਨੇਸ਼ਨ ਵੀ ਇਸ ਇਕੁਏਸ਼ਨ ਨੂੰ ਕੀ ਕਰੂਗਾ ਸੈਟੀਸਫਾਈ। ਨਹੀਂ ਯਕੀਨ ਹੋ ਰਿਹਾ ਕਰਕੇ ਦੇਖ ਲਓ, ਲੈਫਟ ਦੇ ਵਿੱਚ ਵੈਲਿਊ ਪੁੱਟ ਕਰਕੇ ਦੇਖੋ 4 + 2 दैट इज व्हाट 6। ਰਾਈਟ ਹੈਂਡ ਸਾਈਡ ਵੀ ਕਿੰਨੇ ਬੇਟੇ 6 ਆ। ਸੋ दैट मींस ਇਸ ਕੰਬੀਨੇਸ਼ਨ ਨੇ ਵੀ ਕੀ ਕਰਤਾ ਇਸ ਇਕੁਏਸ਼ਨ ਨੂੰ ਸੈਟੀਸਫਾਈ ਕਰਤਾ। ਹੁਣ ਦੇਖੋ ਬੇਟੇ ਸਿਰਫ ਮੈਂ 1 ਮਿੰਟ ਦੇ ਅੰਦਰ ਅੰਦਰ 3 ਐਗਜ਼ਾਮਪਲਸ ਦਿੱਤੀਆਂ, ਜਿਹੜੇ ਤਿੰਨੇ ਕਿਨੇ ਇਸ ਇਕੁਏਸ਼ਨ ਦੇ ਸੋਲੂਸ਼ਨਸ ਨੇ। ਆਈ ਬੇਟੇ ਆਪਾਂ ਹੋਰ ਕਿੰਨੇ ਕੰਬੀਨੇਸ਼ਨ ਲਿਖ ਸਕਦੇ ਹਾਂ,
बेटे देयर आर इनफाइनाइट मैनी कॉम्बिनेशंस ऑफ x एंड y which will satisfy this linear equation in two variable। नहीं यकीन हो रहा, एक तेन मैं बड़ा weird जो कॉम्बिनेशन लेके दिखाणागा, फिर तेन यकीन हो जू भी हाँ यार वाकई इनफाइनाइट अपने को कॉम्बिनेशंस पॉसिबल ने। देखो ध्यान नाल, ओके x की वैल्यू बेटे मान लो मैं ले ली थी 1000, ओके एंड y की वैल्यू बेटे आप ले लेने मान लो माइनस ऑफ 994, ओके आ बेटे अपने को एक कॉम्बिनेशन शायद आई थिंक सो थोड़ी सोच तो परे होगा पर फिर भी मैं इथे लिखियागा ताकि थोड़ा ਤੁਹਾਨੂੰ ਇਮੇਜਿਨੇਸ਼ਨ ਹੋ ਸਕੇ ਵੀ ਹਾਂ ਵੀ ਇੱਥੇ ਆਪਣੇ ਕੋਲ ਇਨਫਾਈਨਾਈਟ ਮੈਨੀ ਸੋਲੂਸ਼ਨਸ ਹੋਣਗੇ। ਓਕੇ ਇਹਨੂੰ ਵਿੱਚ ਪੁੱਟ ਕਰਕੇ ਦੇਖੋ ਨਾ ਫਿਰ ਤੁਹਾਨੂੰ ਕਲੀਅਰ ਹੋ ਜਾਊਗਾ ਵੀ ਬਾਕੀ ਇਹ ਕੀ ਕਰ ਰਿਹਾ ਇਸ ਇਕੁਏਸ਼ਨ ਨੂੰ ਸੈਟੀਸਫਾਈ ਕਰ ਰਿਹਾ। ਆ ਦੇਖੋ ਮੈਂ ਤੁਹਾਨੂੰ ਕਰਕੇ ਦਿਖਾ ਦਿੰਨਾਗਾ। ਆ ਦੇਖੋ ਜੇ ਆਪਾਂ ਇਹਦੀ ਹੁਣ ਲੈਫਟ ਹੈਂਡ ਸਾਈਡ ਲਈਏ, ਲੈਫਟ ਹੈਂਡ ਸਾਈਡ ਕੀ ਹੈ ਬੇਟੇ ਆਪਣੇ ਕੋਲ x plus y, ਹੁਣ ਇੱਥੇ ਵੈਲਿਊ ਪੁੱਟ ਕਰੋ x ਦੀ ਵੈਲਿਊ 1000 plus y ਦੀ ਵੈਲਿਊ ਬੇਟੇ -994 ਫਾਈਨ। ਓਕੇ ਹੁਣ ਇਹਨੂੰ ਥੋੜਾ ਬਹੁਤਾ ਸਿੰਪਲੀਫਾਈ ਕਰੋ 1000 plus minus minus 994, ओके ਤਾਂ ਬੇਟੇ ਸਬਟ੍ਰੈਕਟ ਹੋ ਗਿਆ ਆਨਸਰ ਕਿੰਨਾ ਆ ਗਿਆ ਆਪਣੇ ਕੋਲ 6 and you can see right hand side ਵੀ ਕੀ ਹੈ ਬੇਟੇ ਆਪਣੇ ਕੋਲ 6, so you can see ਬੇਟਾ ਵੀ ਇਸ ਕੰਬੀਨੇਸ਼ਨ ਨੇ ਵੀ ਇਸ ਇਕੁਏਸ਼ਨ ਨੂੰ ਕੀ ਕਰਦਾ ਬੇਟੇ ਸੈਟੀਸਫਾਈ ਕਰਤਾ। in this way we can write infinite many combinations of x and y which will satisfy this linear equation in two variable। ਹੋਪ ਸੋ ਤੁਹਾਨੂੰ ਬੇਟੇ ਇਹ ਚੀਜ਼ ਕਲੀਅਰ ਹੋ ਗਈ ਹੋਣੀ ਆ ਤੇ ਆ ਬਹੁਤ ਕੰਮ ਦਾ ਪੁਆਇੰਟ ਆ ਜਿਹੜਾ ਮੈਂ ਤੁਹਾਨੂੰ ਨਹੀਂ ਬੋਲਿਆਗਾ। ਕਈ ਵਾਰੀ ਪੇਪਰ ਦੇ ਵਿੱਚ 1 ਨੰਬਰ ਦਾ ਕੁਐਸਚਨ ਆ ਜਾਂਦਾ ਬੇਟੇ ਵੀ ਹਾਊ ਮੈਨੀ solutions are there of linear equation in two variable, then our answer is what beta infinite many solutions are there। got it na, a point ਹੁਣ ਤੁਸੀਂ ਲਿਖ ਲਿਓ please, write down write down write down। ਹਾਂਜੀ ਕੀ ਲਿਖਣਾ ਬੇਟੇ ਆਪਾਂ ਇੱਥੇ ਨੋਟ ਕਰ ਲਿਓ ਬਸ ਇਹ ਚੀਜ਼ ਇੰਪੋਰਟੈਂਟ ਹੈ। ਓਕੇ there are infinite many solutions of linear equation in two variable। ठीक है बेटे ये चीज ਨੂੰ ਪਲੀਜ਼ ਨੋਟ ਕਰ ਲਿਓ, ਇੱਕ ਨੰਬਰ ਲਈ ਇਹ ਇੰਪੋਰਟੈਂਟ ਆ। ਹੋਪ ਸੋ ਤੁਹਾਨੂੰ ਇਹਨਾਂ ਜਿੰਨਾ ਆਪਾਂ ਕੰਮ ਕੀਤਾ ਬੇਟੇ ਸਾਰਾ ਸਮਝ ਆ ਗਿਆ ਹੋਊਗਾ। ਕੋਈ ਡਾਊਟ ਵਗੈਰਾ then ਤੁਸੀਂ ਪੁੱਛ ਸਕਦੇ ਹੋ। ਪੌਜ਼ ਹੀ ਕਰ ਦੋ ਮਾੜੀ ਜੀ, ਕੀ ਹੋ ਗਿਆ ਪੌਜ਼ ਕਰ ਦੋ। क्लियर बेटे होप्स ਤੁਹਾਨੂੰ ਸਾਰਾ ਕਲੀਅਰ ਹੋ ਗਿਆ ਹੋਊਗਾ ਵੀ देयर आर इनफिनाइट मैनी सॉल्यूशंस ऑफ व्हाट लीनियर इक्वेशन इन टू वेरिएबल। ठीक है कोई डाउट वगैरह ਹੁੰਦਾ बेटे पूछ लिया करो प्लीज। ठीक है आ की हो गया ओके ओके चलो ਹੁਣ ਆਪਾਂ ਨੇ ਇਹਦੇ ਇੱਕ ਦੋ ਕੁਐਸਚਨ ਟਰਾਈ ਕਰਕੇ ਦੇਖਦੇ ਹਾਂ ਫਿਰ ਤੁਹਾਨੂੰ ਕਲੀਅਰ ਹੋ ਜਾਊਗਾ ਐਪਲੀਕੇਸ਼ਨ ਕੀ ਹੈ। ਠੀਕ ਹੈ ਦੇਖੋ ਹੁਣ ਆਪਾਂ ਹੁਣ ਚੱਲਦੇ ਹਾਂ ਨੈਕਸਟ ਪੇਜ ਤੇ। देखो बेटे देखो क्वेश्चन लिखो if x equal to 1 क्वेश्चन ਦੇ ਅਕੋਰਡਿੰਗ ਥੋੜਾ ਬਹੁਤ ਆਪਾਂ ਹੋਰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਸੋਲੂਸ਼ਨ ਬਾਰੇ। ਠੀਕ ਹੈ ਤਾਂ ਕਿ ਤੁਸੀਂ ਇਹਦੇ ਨਾਲ ਕੰਫਰਟੇਬਲ ਹੋ ਜਾਓ ਪਰ ਯਾਰ ਉਹ ਕਰਨ ਤੋਂ ਪਹਿਲਾਂ ਤੁਹਾਨੂੰ ਇੱਕ ਦੋ ਚੀਜ਼ਾਂ ਆਪਾਂ ਹੋਰ ਐਡ ਆਨ ਕਰ ਦਈਏ। ਠੀਕ ਹੈ ਛੱਡੋ ਕੁਐਸਚਨ ਦੇ ਨਹੀਂ ਪਹੁੰਚਦੇ ਹੈਗੇ ਆਪਾਂ। ਦੇਖੋ ਮੈਂ ਉਹੀ ਇਕੁਏਸ਼ਨ ਲੈ ਰਿਹਾ ਬੇਟੇ ਜਿਹੜੀ ਆਪਾਂ ਪਹਿਲਾਂ ਇਸ ਤੋਂ ਪਹਿਲਾਂ ਲਿਖੀ ਸੀਗੀ ਆਈ ਥਿੰਕ ਸੋ ਇਕੁਏਸ਼ਨ ਸੀਗੀ ਆਪਣੇ ਕੋਲ ਆਈ ਥਿੰਕ ਸੀ ਕਿ ਆਪਾਂ ਪੇਜ ਹੀ ਖੋਲਿਆ ਨੈਗੇਟਿਵ ਵੱਡੀ ਗੱਲ ਆ ਬੇਟੇ ਆਪਣੇ ਕੋਲ ਪਈ ਆ ਹਨਾ ਆ ਇਕੁਏਸ਼ਨ ਪਈ x + y = what 6। ਠੀਕ ਹੈ ਹੁਣ ਇਹਦੇ ਵਿੱਚ ਆਪਾਂ ਤਿੰਨ ਚਾਰ ਸੋਲੂਸ਼ਨ ਲਿਖੇ ਸੀਗੇ ਬੇਟੇ। ਇੱਕ ਚੀਜ਼ ਜਿਹੜੀ ਮੈਂ ਤੁਹਾਨੂੰ ਹੁਣ ਐਡ ਆਨ ਕਰਨ ਦੇ ਲਈ ਪੇਜ ਆਪਾਂ ਦੁਬਾਰਾ ਖੋਲਿਆ ਹੈਗਾ ਉਹ ਇਹ ਹੈ ਬੇਟੇ ਜਿਹੜੇ ਆਪਣੇ ਕੋਲ ਸੋਲੂਸ਼ਨਸ ਹੁੰਦੇ ਆ ਨਾ ਇਹਨਾਂ ਨੂੰ ਆਪਾਂ ਲਿਖਣਾ ਹੁੰਦਾ ਇੱਕ ਵਧੀਆ ਫਾਰਮੈਟ 'ਚ। ਉਹ ਫਾਰਮੈਟ ਕੀ ਹੁੰਦਾ ਬੇਟੇ ਆਪਣੇ ਕੋਲ ਟੈਬੂਲਰ ਫਾਰਮ ਹੁੰਦੀ ਹੈ। ਓਕੇ ਹੁਣ ਮੈਨੂੰ ਇੱਥੇ ਡਿੱਬਾ ਜਿਹਾ ਬਣਾਉਣਾ ਨਹੀਂ ਲਿਖਿਓ ਫਿਲਹਾਲ ਆ ਦੇਖੋ ਓਕੇ ਆ ਦੇਖੋ ਧਿਆਨ ਨਾਲ ਆਏ ਆਪਾਂ ਟੇਬਲ ਬਣਾ ਕੇ ਇਹਨਾਂ ਸੋਲੂਸ਼ਨਸ ਨੂੰ ਲਿਖਣਾ ਹੁੰਦਾ ਹੈਗਾ। ਓਕੇ ਕਿਵੇਂ ਲਿਖਾਂਗੇ ਆ ਦੇਖੋ ਇੱਥੇ ਆਪਾਂ ਪਹਿਲਾਂ ਲਿਖਾਂਗੇ x ਦੀ ਵੈਲਿਊ ਫਿਰ ਆਪਾਂ ਲਿਖਾਂਗੇ y ਦੀ ਵੈਲਿਊ। ਅੱਛਾ ਮੈਂ ਇੱਕ ਮਿੰਟ ਮਾੜਾ ਲੱਭ ਕੇ ਦੇਖਾਂ ਜੇ ਮੈਨੂੰ ਡੱਬਾ ਜਿਹਾ ਮਿਲ ਗਿਆ ਉਹ ਹਾਂ ਵੇਟ ਕਰਿਓ ਓਕੇ ਮੈਂ ਆਪਣੇ ਲਈ ਨਵਾਂ ਹਲੇ ਇਹ ਦੇਖ ਲਈ ਆਪਾਂ ਜੇ ਮਿਲ ਗਿਆ ਠੀਕ ਹੈ ਨਹੀਂ ਫਿਰ ਬਸ ਠੀਕ ਹੈ ਚੱਲ ਜਾਣਾ ਸੱਜਣਾ ਸਾਡੇ ਭਰਾ ਭਾਈ। ਠੀਕ ਹੈ ਕੁਝ ਹੋਰ ਹੀ ਨਾ ਹੋ ਜਾਏ। ਓਕੇ ਚਲੋ ਆ ਦੇਖੋ ਬੇਟੇ ਆ ਆਪਣੇ ਕੋਲ ਇੱਥੇ x ਦੀ ਵੈਲਿਊ ਲਿਖਾਂਗੇ ਇੱਥੇ ਆਪਾਂ ਕਾਹਦੀ ਵੈਲਿਊ ਲਿਖਾਂਗੇ y ਦੀ। ਹਾਂਜੀ ਬੇਟੇ ਉਹ ਆਪਾਂ ਡੱਬਾ ਜਿਹਾ ਬਣਾਉਣਾ ਸਿੱਖ ਲਿਆ ਮੈਂ 1 ਮਿੰਟ ਪਹਿਲਾਂ ਮੱਥਾ ਜਿਹਾ ਮਾਰਨ ਲੱਗ ਗਿਆ ਸੀਗਾ। ਮੈਂ ਕਿਹਾ ਚੀਜ਼ ਸਿੱਖਣੀ ਚਾਹੀਦੀ ਹੈ ਹਮੇਸ਼ਾ। ਠੀਕ ਹੈ ਨਾ ਬੀ ਇਨੋਵੇਟਿਵ। ਓਕੇ ਹਾਂਜੀ ਬੇਟੇ ਦੇਖੋ ਹੁਣ ਆਪਾਂ ਕਰਨਾ ਕੀ ਹੈ ਮੈਂ ਤੁਹਾਨੂੰ ਦੱਸ ਰਿਹਾ ਸੀਗਾ ਵੀ ਸੋਲੂਸ਼ਨਸ ਨੂੰ ਲਿਖਣ ਦਾ ਵੀ ਇੱਕ ਤਰੀਕਾ ਹੁੰਦਾ ਹੈਗਾ। ਓਕੇ ਆ ਥੋੜਾ ਜਿਹਾ ਨਾ ਇੱਕ ਵੀਅਰਡ ਜਿਹਾ ਵੇ ਹੁੰਦਾ ਹੈਗਾ ਆਪਾਂ ਇਹਨੂੰ ਇੱਕ ਸਮਾਰਟ ਵੇ ਨਾਲ ਲਿਖਣਾ ਹੁੰਦਾ। ਉਹ ਸਮਾਰਟ ਵੇ ਨੂੰ ਆਪਾਂ ਬੋਲਦੇ ਹਾਂ ਬੇਟੇ ਟੈਬੂਲਰ ਫਾਰਮ 'ਚ। ਓਕੇ ਵੀ ਆਪਾਂ ਸੋਲੂਸ਼ਨਸ ਨੂੰ ਕਿਵੇਂ ਲਿਖਾਂਗੇ ਬੇਟੇ ਟੈਬੂਲਰ ਫਾਰਮ 'ਚ ਲਿਖਾਂਗੇ ਟੈਬੂਲਰ ਫਾਰਮ। ਓਕੇ ਟੈਬੂਲਰ ਫਾਰਮ ਮਤਲਬ ਟੇਬਲ ਬਣਾ ਕੇ।
ਓਕੇ ਜਿਵੇਂ ਵੀ ਕੈਨ ਸੇ ਆ ਦੇਖੋ ਜਿਵੇਂ ਹੁਣ ਆਪਾਂ ਇੱਥੇ ਬੇਟੇ ਇੱਕ ਟੇਬਲ ਬਣਾ ਲਿਆ ਠੀਕ ਹੈ ਜੀ ਜਸਟ ਵੇਟ ਓਕੇ ਤੇ ਹੁਣ ਆਪਾਂ ਇਹ 'ਚ ਲਾਈਨਾਂ ਮਾਰ ਦਿੰਦੇ ਆ ਠੀਕ ਹੈ ਜੀ ਤੇ ਰੱਬ ਤੁਹਾਡਾ ਭਲਾ ਕਰੇ ਠੀਕ ਹੈ ਆ ਚੀਜ਼ ਬਣ ਗਈ ਬੇਟੇ ਹੁਣ ਆਪਾਂ ਇੱਥੇ ਕੀ ਕਰਨਾ ਹੈਗਾ ਆਪਾਂ ਇੱਥੇ ਲਿਖਾਂਗੇ ਹੁਣ ਵੇਰੀਏਬਲਸ ਠੀਕ ਹੈ ਵੀ ਕਿਹੜੇ ਕਿਹੜੇ ਆਪਾਂ ਵੇਰੀਏਬਲ ਲੈ ਰਹੇ ਹਾਂ ਜਿਵੇਂ ਹੁਣ ਆਪਾਂ ਇੱਥੇ ਲਿਖਤਾ ਬੇਟੇ x ਇੱਥੇ ਆਪਾਂ ਕੀ ਲਿਖਤਾ y ਠੀਕ ਹੈ ਹੁਣ ਜਿਵੇਂ ਤੁਹਾਡੇ ਕੋਲ ਪਹਿਲਾ ਸੋਲੂਸ਼ਨ ਹੈ ਬੇਟੇ ਓਕੇ ਇਹਦੇ ਵਿੱਚ ਦੇਖੋ x ਦੀ ਵੈਲਿਊ ਕਿੰਨੀ ਹੈ y ਦੀ ਵੈਲਿਊ ਕਿੰਨੀ ਹੈ x ਦੀ ਵੈਲਿਊ 0 ਬੇਟੇ ਆਪਾਂ ਇੱਥੇ ਲਿਖ ਦਾਂਗੇ ਐਂਡ y ਦੀ ਵੈਲਿਊ ਕਿੰਨੀ ਹੈ ਬੇਟੇ 6 ਉਹ ਆਪਾਂ ਇੱਥੇ ਲਿਖ ਦਾਂਗੇ ਇਹ ਆਪਣਾ ਕੀ ਹੋ ਗਿਆ ਬੇਟੇ ਪਹਿਲਾ ਸੋਲੂਸ਼ਨ ਹੋ ਗਿਆ ਠੀਕ ਹੈ ਦੂਜਾ ਸੋਲੂਸ਼ਨ ਕੀ ਹੈ ਬੇਟੇ x ਦੀ ਵੈਲਿਊ 1 y ਦੀ ਵੈਲਿਊ 5 ਹੈ x ਦੀ ਵੈਲਿਊ 1 y ਦੀ ਵੈਲਿਊ 5 ਆ ਨੈਕਸਟ ਦੇ ਵਿੱਚ ਬੇਟੇ x ਦੀ ਵੈਲਿਊ 4 ਹੈ ਐਂਡ y ਦੀ ਵੈਲਿਊ 2 ਆ ਠੀਕ ਹੈ ਐਂਡ ਨੈਕਸਟ ਦੇ ਵਿੱਚ ਬੇਟੇ x ਦੀ ਵੈਲਿਊ ਹੈਗੀ ਤੁਹਾਡੇ ਕੋਲ 1000 ਐਂਡ y ਕਿੰਨਾ ਬੇਟੇ -996 ਸੋ ਥਿਸ ਇਜ਼ ਦਾ ਵਨ ਵੇ ਟੂ ਰਾਈਟ ਦਾ ਸੋਲੂਸ਼ਨਸ ਠੀਕ ਹੈ that is what ਬੇਟਾ ਟੈਬੂਲਰ ਫਾਰਮ ਇਹਨੂੰ ਪੜਨਾ ਜ਼ਿਆਦਾ ਸੌਖਾ ਹੁੰਦਾ ਹੈਗਾ ਐਜ਼ ਕੰਪੈਰੀਜ਼ਨ ਟੂ ਦਿਸ ਵਨ ਫਾਈਨ ਇੱਕ ਤਰੀਕਾ ਹੋ ਗਿਆ ਬੇਟੇ ਆਪਣੇ ਕੋਲ ਟੈਬੂਲਰ ਫਾਰਮ ਚ ਲਿਖਣ ਦਾ ਇੱਕ ਹੋਰ ਹੁੰਦਾ ਉਹ ਵੀ ਤੁਹਾਨੂੰ ਆਪਾਂ ਦੱਸ ਦਿੰਦੇ ਆ ਓਕੇ ਉਹ ਇਹ ਦੋ ਵੀ ਜ਼ਿਆਦਾ ਇੰਪੋਰਟੈਂਟ ਆ ਉਹ ਕਿਵੇਂ ਇੱਕ ਮਿੰਟ ਜਸਟ ਵੇਟ ਪਲੀਜ਼ ਵੇਟ ਫॉर मी ਪਲੀਜ਼ ਵੇਟ ਓਕੇ ਬੇਟੇ ਇੱਕ ਤਾਂ ਇਹ ਤਰੀਕਾ ਹੋ ਗਿਆ ਜਿਹੜਾ ਨੈਕਸਟ ਹੈ ਬੇਟੇ ਇਹ ਵਾਕਈ ਇੰਪੋਰਟੈਂਟ ਆ ਓਕੇ ਆਪਾਂ ਸੋਲੂਸ਼ਨਸ ਨੂੰ ਲਿਖ ਸਕਦੇ ਬੇਟੇ ਇਨ ਦਾ ਫਾਰਮ ਆਫ ਆਰਡਰਡ ਪੇਅਰਸ ਕਿਹੜੀ ਫਾਰਮ ਚ ਬੇਟੇ ਆਰਡਰਡ ਪੇਅਰ ਦੀ ਫਾਰਮ ਚ ਹੁਣ ਤੁਹਾਨੂੰ ਇਹ ਮਾਈਂਡ ਵਿੱਚ ਆ ਰਿਹਾ ਹੋਊਗਾ ਸਰ ਇਹ ਆਰਡਰਡ ਪੇਅਰ ਕੀ ਹੁੰਦਾ ਦੱਸ ਦਾਂਗਾ ਕੋਈ ਸੌਖੀ ਗੱਲ ਆ ਬੇਟੇ ਕੋਈ ਵੱਡੀ ਗੱਲ ਨਹੀਂ ਹੈ ਆਰਡਰਡ ਪੇਅਰ ਦੇ ਵਿੱਚ ਬੇਟੇ ਆਪਾਂ ਕਰਨਾ ਕੀ ਹੁੰਦਾ ਹੈਗਾ ਇੱਥੇ ਆਪਾਂ ਬ੍ਰੈਕਟ ਪਾ ਕੇ ਪਹਿਲਾਂ ਲਿਖਾਂਗੇ x ਦੀ ਵੈਲਿਊ ਕਾਮਾ ਪਾ ਕੇ y ਦੀ ਵੈਲਿਊ ਥਿਸ ਇਜ਼ ਕਾਲਡ ਵਾਟ ਬੇਟਾ ਆਰਡਰਡ ਪੇਅਰ ਠੀਕ ਹੈ ਇਹਨੂੰ ਆਪਾਂ ਆਰਡਰਡ ਪੇਅਰ ਬੋਲਦੇ ਆ ਇਸ ਫਾਰਮੈਟ ਦੇ ਵਿੱਚ ਵੀ ਆਪਾਂ ਕੀ ਕਰ ਸਕਦੇ ਬੇਟੇ ਆਪਣੀ ਸੋਲੂਸ਼ਨ ਨੂੰ ਲਿਖ ਸਕਦੇ ਆ ਠੀਕ ਹੈ ਜੀ ਕਲੀਅਰ অর ਨਾਟ ਕਲੀਅਰ ਹੋ ਗਿਆ ਹੁਣ ਠੀਕ ਹੈ ਹੁਣ ਆ ਦੇਖੋ ਮੈਂ ਤੁਹਾਨੂੰ ਦੱਸ ਦਾਂਗਾ ਜੇ ਹੁਣ ਮੰਨ ਲਓ ਬੇਟੇ ਆਪਣੇ ਕੋਲ ਪਹਿਲਾ ਸੋਲੂਸ਼ਨ ਸੀਗਾ x ਦੀ ਵੈਲਿਊ 0 y ਦੀ ਵੈਲਿਊ 6 ਠੀਕ ਹੈ ਸੋ ਆਪਾਂ ਇਹਨੂੰ ਕਿੱਦਾਂ ਲਿਖ ਸਕਦੇ ਹਾਂ ਆਰਡਰਡ ਪੇਅਰ ਦੀ ਫਾਰਮ ਚ ਆ ਦੇਖੋ ਪਹਿਲਾ ਸੋਲੂਸ਼ਨ ਆਪਣੇ ਕੋਲ ਕੀ ਆ ਗਿਆ ਬੇਟੇ x ਆ ਦੇਖੋ ਬ੍ਰੈਕਟ ਪਾਈ ਪਹਿਲਾਂ ਆਪਾਂ ਲਿਖੇ x ਦੀ ਵੈਲਿਊ ਦੈਟ ਇਜ਼ 0 ਐਂਡ ਫਿਰ ਆਪਾਂ ਲਿਖੀ ਬੇਟੇ y ਦੀ ਵੈਲਿਊ ਦੈਟ ਇਜ਼ ਵਾਟ 6 ਓਕੇ ਸੋ ਹੁਣ ਜਦੋਂ ਆਪਾਂ ਇਹਨੂੰ ਪੜਾਂਗੇ ਨਾ ਤਾਂ ਅੰਡਰਸਟੂਡ ਆ ਵੀ x ਦੀ ਵੈਲਿਊ 0 ਆ y ਦੀ ਵੈਲਿਊ ਕਿੰਨੀ ਹੈ ਬੇਟੇ ਆਪਣੇ ਕੋਲ 6 ਆ ਓਕੇ ਨੈਕਸਟ ਸੋਲੂਸ਼ਨ ਦੇਖ ਲਓ ਕਿਹੜਾ ਸੀਗਾ ਆਪਣੇ ਕੋਲ x ਦੀ ਵੈਲਿਊ 1 ਐਂਡ y ਦੀ ਵੈਲਿਊ ਕੀ ਸੀ ਬੇਟੇ 5 ਆਰਡਰਡ ਪੇਅਰ ਚ ਕਿਵੇਂ ਲਿਖਿਆ ਜਾਊਗਾ ਬ੍ਰੈਕਟ ਪਾ ਕੇ x ਦੀ ਵੈਲਿਊ 1 ਐਂਡ y ਦੀ ਵੈਲਿਊ 5 ਠੀਕ ਹੈ ਬੇਟੇ ਆਈ ਆਪਾਂ ਸਾਰੇ ਜਿਹੜੇ ਸੋਲੂਸ਼ਨਸ ਨੇ ਉਹ ਆਪਾਂ ਲਿਖ ਸਕਦੇ ਹਾਂ ਹੋਪ ਸੋ ਤੁਹਾਨੂੰ ਇਹ ਵੀ ਸਾਰਾ ਕੁਝ ਕਲੀਅਰ ਹੋ ਗਿਆ ਹੋਊਗਾ ਠੀਕ ਹੈ ਵੀ ਆਪਾਂ ਸੋਲੂਸ਼ਨਸ ਨੂੰ ਕਿੱਦਾਂ ਲਿਖ ਸਕਦੇ ਹਾਂ ਕਿੱਦਾਂ ਨਹੀਂ ਲਿਖ ਸਕਦੇ ਹੈਗੇ ਠੀਕ ਹੈ ਮਤਲਬ ਆਹ ਜ਼ਿਆਦਾ ਕਨਵੀਨੀਅੰਟ ਓਕੇ ਇਹਨੂੰ ਪੜ੍ਹਨਾ ਵੀ ਸੌਖਾ ਹੈਗਾ ਤੇ ਕੁਝ ਰਿਜ਼ਲਟਸ ਹੁੰਦੇ ਆ ਉਹ ਵੀ ਆਪਾਂ ਦੇਖਾਂਗੇ ਅੱਗੇ ਜਾ ਕੇ ਉਹ ਵੀ ਆਪਾਂ ਇਹਨਾਂ ਦੀ ਹੈਲਪ ਨਾਲ ਹੀ ਕੱਢਿਆ ਕਰਾਂਗੇ ਠੀਕ ਹੈ ਕਲੀਅਰ ਬੇਟੇ ਹੁਣ ਤੱਕ ਆਪਾਂ ਕੀ ਕੁਝ ਸਿੱਖ ਲਿਆ ਸੋਲੂਸ਼ਨ ਕੀ ਹੁੰਦਾ ਇਟ ਇਜ਼ ਦ ਵੈਲਿਊ ਆਫ ਵੇਰੀਏਬਲ ਔਰ ਵੇਰੀਏਬਲਸ which will satisfy the given equation or equations got it ਨਾ ਵਿਦ ਦ ਐਗਜ਼ਾਮਪਲ ਆਪਾਂ ਇਹ ਸਾਰੀ ਚੀਜ਼ ਸਮਝ ਚੁੱਕੇ ਹਾਂ ਐਂਡ ਆਫਟਰ ਦੈਟ ਫਿਰ ਆਪਾਂ ਇੱਕ ਚੀਜ਼ ਇਹ ਵੀ ਸਿੱਖ ਲਈ ਕਿ ਹਾਊ ਮੈਨੀ ਸੋਲੂਸ਼ਨਸ ਆਰ देयर ਆਫ ਲੀਨੀਅਰ ਇਕੁਏਸ਼ਨ ਇਨ two variable ठीक है then how many solutions beta there are infinite many solutions are there of linear equation in two variable fine okay ਤੇ ਅੱਗੇ ਜਾ ਕੇ ਬੇਟਾ ਫਿਰ ਆਪਾਂ ਦੇਖਿਆ ਵੀ ਜਿਹੜੇ ਆਪਣੇ ਕੋਲ ਸੋਲੂਸ਼ਨਸ ਹੁੰਦੇ ਨੇਗੇ ਇਹਨਾਂ ਨੂੰ ਆਪਾਂ ਲਿਖਣਾ ਕਿੱਦਾਂਗਾ ਓਕੇ देयर आर two important ways to write the solutions one is but beta in the form of tabular form ਦੇ ਵਿੱਚ ਆਪਾਂ ਲਿਖ ਸਕਦੇ ਹਾਂ ਬੇਟੇ ਐਂਡ ਸੈਕੰਡ ਜਿਹੜੀ ਆਪਣੇ ਕੋਲ ਇੰਪੋਰਟੈਂਟ ਫਾਰਮ that is what beta in the form of ordered pairs ਠੀਕ ਹੈ ਹੁਣ ਆਪਾਂ ਅੱਗੇ ਨਾ ਕੁਐਸਚਨ ਨਿਊਮੈਰੀਕਲ ਟਰਾਈ ਕਰਦੇ ਹਾਂ ਫਿਰ ਤੁਹਾਨੂੰ ਜ਼ਿਆਦਾ ਕਲੀਅਰ ਹੋਊਗਾ ਸੋਲੂਸ਼ਨਸ ਕਨਸੈਪਟ ਠੀਕ ਹੈ ਚਲੋ ਹੁਣ ਆਪਾਂ ਚੱਲਦੇ ਹਾਂ ਨੈਕਸਟ ਪੇਜ ਤੇ ਓਕੇ ਹੁਣ ਆਪਾਂ ਕੁਐਸਚਨ ਲਿਖਾਂਗੇ ਬੇਟੇ ਲਿਖੋ ਪਹਿਲੇ एग्जाम्पल फर्स्ट सॉरी हाँ जी बेटे पहले एग्जाम्पल लिखो बेटे इफ x इक्वल टू 1 if x equal to 1 and y is equal to 2 is a solution is a solution of 2x plus 3y is equal to k ठीक है then find the value of k find the value of k ठीक है बेटे देखो
ਇਹਦੇ ਵਿੱਚ ਆਪਾਂ ਨੂੰ ਗਿਵਨ ਗਿਆ, ਧਿਆਨ ਨਾਲ ਦੇਖੋ, ਬਹੁਤ ਇੰਪੋਰਟੈਂਟ ਕੁਐਸਚਨ ਹੁੰਦੇ ਆ, ਛੋਟੇ ਛੋਟੇ ਕੁਐਸਚਨ ਨੇ ਪਰ ਇਹ ਕਨਸੈਪਟ ਬਿਲਡਿੰਗ ਦੇ ਲਈ ਇੰਪੋਰਟੈਂਟ ਨੇ। ਸਿਰਫ ਇਹਨਾਂ ਨੇ ਕਿਹਾ ਕਿ ਬੇਟੇ ਆਪਾਂ ਨੂੰ ਕਹਿੰਦੇ x = 1 ਐਂਡ y = 2 ਇਜ਼ ਅ ਸੋਲੂਸ਼ਨ। ਬੇਟੇ ਇਸ ਵਾਰ ਇਹਨਾਂ ਨੇ ਆਪਾਂ ਨੂੰ ਇਹ ਦੇਤਾ, ਕਹਿੰਦੇ ਵੀ ਆਹ ਸੋਲੂਸ਼ਨ ਹੈਗਾਗਾ। ਬੇਟੇ ਜੇ ਇਹ ਸੋਲੂਸ਼ਨ ਹੈਗਾ ਦੈਟ ਮੀਨਸ ਇਹ ਜਿਹੜੀ ਵੈਲਿਊਜ਼ ਨੇ ਬੇਟੇ ਇਹ ਗਿਵਨ ਇਕੁਏਸ਼ਨ ਨੂੰ ਕੀ ਕਰਨਗੇ ਬੇਟੇ, ਸੈਟੀਸਫਾਈ ਕਰਨਗੀਆਂ। ਕਿ ਨਾਲ ਕਰਾਵਾਂਗੇ, ਠੀਕ ਹੈ ਨਾ। ਕਿਵੇਂ, ਆ ਦੇਖੋ ਆ ਆਪਣੀ ਕੋਲ ਇਕੁਏਸ਼ਨ ਹੈ ਨਾ, ਆਪਾਂ ਕੀ ਕਰਾਂਗੇ ਬੇਟੇ ਇਹਦੇ ਚ x ਤੇ y ਦੀ ਵੈਲਿਊਜ਼ ਨੂੰ ਪਲੱਗ ਇਨ ਕਰਾਂਗੇ ਲਾਈਕ ਦਿਸ 2 x ਦੀ ਵੈਲਿਊ ਬੇਟੇ 1 3 y ਦੀ ਵੈਲਿਊ ਬੇਟੇ 2 is equal to k। ਆਪਾਂ ਬੇਟੇ ਲੈਫਟ ਹੈਂਡ ਸਾਈਡ ਇਕੁਅਲ ਟੂ ਰਾਈਟ ਹੈਂਡ ਸਾਈਡ ਲਿਖਤਾ। ਓਕੇ, ਇਸ ਤੋਂ ਪਹਿਲਾਂ ਆਪਾਂ ਸਿੱਖਿਆ ਸੀ ਵੀ ਲੈਫਟ ਦਾ ਆਨਸਰ ਕਿੰਨਾ, ਰਾਈਟ ਦਾ ਆਨਸਰ ਕਿੰਨਾ, ਉਸ ਤੋਂ ਬਾਅਦ ਚੋਂ ਆਪਾਂ ਡਿਕਲੇਅਰ ਕੀਤਾ ਸੀਗਾ ਕਿ ਸੋਲੂਸ਼ਨ ਹੈਗਾਗਾ, ਠੀਕ ਹੈ ਜਾਂ ਹੈ ਨਹੀਂਗਾ। ਪਰ ਇੱਥੇ ਬੇਟੇ ਆਪਾਂ ਨੂੰ ਲਿਖਣਾ ਪਊਗਾ ਡੈਡ ਸ਼ੋਰ, ਕਿਉਂ, ਕਿਉਂਕਿ ਉਹਨਾਂ ਨੇ ਕਹਿਤਾ ਕਹਿੰਦੇ ਵੀ ਆਹ ਇਹਦਾ ਕੀ ਆ, ਸੋਲੂਸ਼ਨ ਆ। ਸੋ ਦੈਟ ਇਜ਼ ਵਾਈ ਆਪਾਂ ਇੱਥੇ ਲੈਫਟ ਇਕੁਅਲ ਟੂ ਰਾਈਟ ਲੈ ਕੇ ਚੱਲਾਂਗੇ, ਠੀਕ ਹੈ। ਸੋ ਹੁਣ ਇਹਨੂੰ ਸਿੰਪਲੀਫਾਈ ਕਰ ਲਓ ਬੇਟੇ, ਆਨਸਰ ਆ ਜਾਣਾ, ਕਿੰਨੀ ਕੁ ਵੱਡੀ ਗੱਲ ਆ ਦੇਖੋ 2 * 1 2 3 * 2 ਕਿੰਨਾ ਆ ਗਿਆ ਬੇਟੇ 6 ਦੈਟ ਇਜ਼ ਇਕੁਅਲ ਟੂ ਬੇਟੇ k, ਠੀਕ ਹੈ। ਸੋ ਇਹਨੂੰ ਥੋੜਾ ਹੋਰ ਸਿੰਪਲੀਫਾਈ ਕਰੋ, ਕਿੰਨਾ ਆ ਗਿਆ ਬੇਟੇ ਆਪਣੇ ਕੋਲੇ 8 ਇਜ਼ ਇਕੁਅਲ ਟੂ k। ਸੋ ਮੀਨਸ ਵੀ ਕੈਨ ਸੇ k ਦੀ ਵੈਲਿਊ ਕਿੰਨੀ ਆ ਗਈ ਬੇਟੇ ਆਪਣੇ ਕੋਲ 8 ਆ ਗਈ। ਗॉट इट, एनी डाउट। सो दिस इज द वन एग्जांपल रिलेटेड सॉल्यूशन, ठीक है। और भी करते हैं, इन्हों नोट कर लो। ठीक है जी, ਤੇ ਓ ਹੋ ਸੱਜਣਾ ਧੱਕਾ ਕਰਦਾ ਹੈ। ਓਕੇ, ਇਹ ਹੁਣ ਆਪਾਂ ਇਹਨੂੰ ਕਰਦੇ ਆ ਥੋੜਾ ਜਿਹਾ ਥੱਲੇ, ਇਹ ਇੱਥੇ ਲਿਆਉਣੇ ਆ, ਇਹਨੂੰ ਹੁਣ ਆਪਾਂ ਕਰਦੇ ਆ ਇੱਥੇ, ਇਹ ਨਵੀਂ ਚੀਜ਼ ਦਾ ਚਾਅ ਵਾਲਾ ਹੁੰਦਾ ਹੈ, ਕਹਿੰਦੇ ਸਵਾਦ ਹੀ ਬੜਾ ਆਉਂਦਾ ਹੈ। ਓ ਇਹਨੂੰ ਲਿਆਂਦਾ ਆਪਾਂ ਇੱਥੇ, ਠੀਕ ਹੈ ਬੇਟੇ। ਓਕੇ, ਹਾਂਜੀ। ਨਾਓ ਬੇਟਾ ਵੀ ਆਰ ਗੋਇੰਗ ਟੂ ਸਟਾਰਟ ਦ ਨੈਕਸਟ ਐਗਜ਼ਾਮਪਲ। ਲਿਖੋ, लिखो मेरे वीडियो, लिखो एग्जाम्पल 2। ओके, लिखो बेटे, इफ x इक्वल टू 2k minus 1 and y is equal to k is a solution of is a solution of 3x minus 5y minus 7 equal to 0, then find the value of k। ਆਪਾਂ ਕੀ ਪਤਾ ਕਰਨਾ ਬੇਟੇ, k ਪਤਾ ਕਰਨਾ। ਹੁਣ ਅਗੇਨ ਦੇਖੋ ਬੇਟੇ ਇਹ ਵੀ ਕੰਡੀਸ਼ਨਲ ਕੁਐਸਚਨ ਆ, ਠੀਕ ਹੈ। ਇਹ ਵੀ ਕੀ ਹੈ ਬੇਟੇ ਆਪਣੇ ਕੋਲ ਕੰਡੀਸ਼ਨਲ ਕੁਐਸਚਨ ਆ। ਯੂ ਕੈਨ ਸੀ ਇਹਨਾਂ ਨੇ ਆਪਾਂ ਨੂੰ x ਤੇ y ਦੀ ਵੈਲਿਊ ਦੇਤੀ ਹੈ, ਕਹਿੰਦੇ ਵੀ ਕੀ ਹੈ ਇਹ ਸੋਲੂਸ਼ਨ ਆ ਇਹਦਾ। ਜੇ ਬੇਟੇ ਇਹ ਇਹਦਾ ਸੋਲੂਸ਼ਨ ਹੈਗਾ ਦੈਨ ਦਿਮਾਗ ਦੇ ਵਿੱਚ ਇੱਕ ਚੀਜ਼ ਫਿੱਟ ਹੋਣੀ ਚਾਹੀਦੀ ਹੈ ਵੀ ਇਹ ਇਕੁਏਸ਼ਨ ਨੂੰ ਕੀ ਕਰੂਗਾ, ਸੈਟੀਸਫਾਈ, ਮਤਲਬ ਕਿ ਲੈਫਟ ਇਕੁਅਲ ਟੂ ਰਾਈਟ ਆਪਾਂ ਨੂੰ ਲਿਖਣਾ ਪਊਗਾ ਹਰ ਹਾਲਤ ਦੇ ਵਿੱਚ, ਠੀਕ ਹੈ। ਸੋ ਚਲੋ ਕਰਦੇ ਆ ਸਟਾਰਟ ਬੇਟੇ। ਆ ਦੇਖੋ 3 * x, x ਦੀ ਵੈਲਿਊ ਕਿੰਨੀ ਹੈ ਬੇਟੇ ਆਪਣੇ ਕੋਲ 2a minus 1, ਓਕੇ, minus 5 * y, y is what ਬੇਟੇ ਸਿੰਪਲ a minus 7 is equal to 0। ਜਸਟ ਆਪਾਂ ਫਿਲਹਾਲ ਕੁਝ ਨਹੀਂ ਕੀਤਾ, ਵੈਲਿਊਜ਼ ਨੂੰ ਸੈਟੀਸਫਾਈ ਕਰਵਾਇਆਗਾ। ਓਕੇ, ਇਕੁਏਸ਼ਨ ਵਿੱਚ ਪੁੱਟ ਕੀਤਾ। ਨਾਓ ਵੀ ਹੈਵ ਟੂ ਸਿੰਪਲੀਫਾਈ, ਫਾਈਨ। ਓਕੇ, ਸਿੰਪਲੀਫਾਈ ਦੇ ਵਿੱਚ ਆਪਾਂ ਨੂੰ ਪਤਾ ਹੈ ਬੇਟੇ ਫਰਸਟਲੀ ਵੀ ਹੈਵ ਟੂ ਓਪਨ ਦ ਬ੍ਰੈਕਟਸ, ਕੱਲੀ ਕੱਲੀ ਚੀਜ਼ ਸਿਖਾਵਾਂਗੇ। 3 * 2 6k minus 3 minus 5k minus 7 is equal to 0। brackets are open now, okay, and after this देखो like terms कितने ने बेटे, you can see this plus 6k minus 5k, it becomes बेटे k, and this minus 3 minus 7, it is what beta minus 10 is equal to what 0। simplified। now the last step is of what transformation। ਹੁਣ ਆਪਾਂ ਕਰਾਂਗੇ ਬੇਟੇ ਟ੍ਰਾਂਸਫੋਰਮੇਸ਼ਨ। ਦੇਖੋ ਅਨਸੈਸਰੀ ਕੀ ਆ, ਓਕੇ, ਆਪਾਂ ਨੂੰ ਕੀ ਚਾਹੀਦਾ ਬੇਟੇ, here minus 10 is unnecessary and ਦੂਜੀ ਸਾਈਡ ਜਾ ਕੇ ਹੋ ਜਾਊਗਾ ਬੇਟੇ plus ਦਾ 10। so finally we are done with this question। ਇਹ ਕਿੰਨਾ ਆ ਗਿਆ ਬੇਟੇ ਆਪਣੇ ਕੋਲ 10 ਆ ਗਿਆ। ਹੋਪ ਸੋ ਤੁਹਾਨੂੰ ਇਹ ਵੀ ਕਲੀਅਰ ਹੋ ਗਿਆ ਹੋਣਾ, ਗਰੰਟੀ ਹੈ। ਹੋ ਗਿਆ ਨਾ, ਹੋ ਗਿਆ, ਹੋ ਗਿਆ, ਹੋ ਗਿਆ, ਗੁੱਡ। ਨੋਟ ਕਰ ਲਿਆ ਇਹਨੂੰ, ਫਿਰ ਆਪਾਂ ਅੱਗੇ ਚੱਲਦੇ ਹਾਂ। ਓ ਮੇਰੇ ਵਾਹਿਗੁਰੂ ਸੱਚੇ ਪਾਤਸ਼ਾਹ ਬਣਾ ਦੇ ਬਾਦਸ਼ਾਹ। ਇਹ ਫਿਰ ਆਪਾਂ ਇਹਨੂੰ ਕਰ ਦੇਂਗੇ ਛੋਟਾ ਮੇਰੇ ਵੀਰ, ਸਵਾਦ ਮੈਨੂੰ ਤਾਂ ਵਾਲੇ ਹੀ ਆ ਰਿਹਾ ਹੈ। ਇਹ ਥੋੜਾ ਜਿਹਾ ਇਹਨੂੰ ਐਂ ਕਰਕੇ ਦੇਖੀਏ, ਨਹੀਂ ਇੱਥੇ ਠੀਕ ਹੈ। ਇੱਥੇ ਠੀਕ ਹੈ। ਇੱਕ ਲਾਈਨ ਜੀ ਹੋਰ ਮਾਰ ਦੀ ਵਿੱਚ ਐਂ ਜੇ ਕਰਕੇ ਸਵਾਦ ਹੀ ਬੜਾ ਆਊਗਾ। ਦੇਖਿਓ ਹੁਣ ਓਏ, ਓਏ ਆ ਕੀ ਹੋ ਗਿਆ,
ਉਹ ਬਾਬੇ ਆ ਤਾਂ ਕੁਝ ਹੋਰ ਹੀ ਹੋ ਗਿਆ ਸੀਗਾ ਯਾਰ, ਸੌਰੀ ਬਾਈ ਯਾਰ, ਗਲਤੀ ਨਾਲ ਹੋ ਗਿਆ ਸੀ। ਕਈ ਵਾਰੀ ਹੋ ਜਾਂਦਾ ਖਾਧੀ ਪੀਤੀ 'ਚ, ਫਿਰ ਫੇਰ ਹੋ ਗਿਆ ਯਾਰ, ਕਮਾਲ ਦੀ ਗੱਲ ਹੈ। ਓਕੇ, ਖੜ ਜਾਓ ਖੜ ਜਾਓ ਖੜ ਜਾਓ ਖੜ ਜਾਓ। ਆ ਵੀ ਵੈਸੇ ਤਾਂ ਹੋਣਾ ਚਾਹੀਦਾ ਸੀਗਾ, ਬੇਬੀ ਲਾਈਨ ਆਪਾਂ ਬਣਾਵਾਂਗੇ ਯਾਰ, ਕਿੱਡੀ ਆ ਦੇ ਬਣ ਗਈ ਬਣ ਗਈ ਬਣ ਗਈ ਬਣ ਗਈ ਮੇਰੇ ਵੀਰੇ, ਬਣ ਗਈ। ਆਪਾਂ ਥੋੜੀ ਟੇਢੀ ਬਣ ਗਈ ਯਾਰ, ਓਹੋ ਕੋਈ ਗੱਲ ਨਹੀਂ, ਆਪਾਂ ਇਹਨੂੰ ਥੋੜੀ ਸਿੱਧੀ ਕਰ ਸਕਦੇ ਹਾਂ। ਯੈਸ ਵੀ ਕੈਨ ਡੂ। ਓਏ ਹੋਏ ਹੋਏ ਹੋਏ, ਸੌਰੀ ਬੱਚੇ, ਥੋੜਾ ਟਾਈਮ ਵੇਸਟ ਹੋ ਰਿਹਾ ਹੋਊਗਾ, ਪਰ ਮੈਂ ਵੀ ਸਿੱਖ ਰਿਹਾ ਹੈਗਾ। ਚਲੋ ਓਕੇ, ਸਿੱਧੀ ਨਹੀਂ ਗਈ, ਰੀਡ ਹੀ ਕਰ ਦਿੰਦੇ ਆ। ਓਕੇ ਚਲੋ ਹੁਣ ਆਪਾਂ ਕਰਦੇ ਹਾਂ ਬੇਟੇ ਨੈਕਸਟ ਕੁਐਸਚਨ ਸਟਾਰਟ।